ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਕਾਲੇ ਖਾਂ ਪੁਨ ਦੇਖਤ ਬੋਲਿਓ ਕਿਉ ਮੂੜੋ ਤੁਮਰੋ ਚਿਤ ਡੋਲਿਓ। ਨਿਮਕ ਹਰਾਮੀ ਬਨ ਕੇ ਮਰਨਾ ਖੋਟ ਨਸੀਬ ਕਰਾਇਓ ਕਰਨਾ। ਕਾਲੇ ਖਾਂ ਪੁਨ ਦੇਖਤ ਬੋਲਿਓ। ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸੁੱਖਾਂ ਦੇ ਸਾਗਰ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਸਦਾ ਹੀ ਬਖਸ਼ਿੰਦ, ਸਦਾ ਹੀ ਮਿਹਰਬਾਨ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ, ਸਦਾ ਹੀ ਬਖਸ਼ਿੰਦ, ਹਾਜ਼ਰਾ ਹਜੂਰ ਜਹਰਾ ਜਹੂਰ ਸਮਰੱਥ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਈਮਾਨ ਸਾਧ ਸੰਗਤ ਜੀ, ਆਪ ਜੀ ਨੇ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ। ਕੋਈ ਜਨ ਹਰਸਿਉ ਦੇਵੈ ਜੋਰ, ਇਸ ਪੰਕਤੀ ਨੂੰ ਟੇਕ ਬਣਾ ਕੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸੀ। ਕੋਈ ਜਨ ਹਰਸਿਉ ਦੇਵੈ ਜੋਰ। ਜਿਹੜਾ ਬੰਦਾ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਨਾ ਜੀ, ਉਹਨੂੰ ਇਸ ਪੰਕਤੀ ਦੀ ਸਾਰ ਹੈ ਸਾਧ ਸੰਗਤ ਜੀ। ਇਹ ਪੰਕਤੀ ਕਿੱਡੀ ਵੱਡੀ ਹੈ। ਜਿਹਦੇ ਅੰਦਰ ਤੜਪ ਨਹੀਂ ਹੈ, ਵਾਹਿਗੁਰੂ ਜੀ ਨਾਲ ਪਿਆਰ ਨਹੀਂ ਹੈ, ਉਹਦੇ ਵਾਸਤੇ ਇਸ ਪੰਕਤੀ ਦਾ ਕੋਈ ਬਹੁਤਾ ਮੁੱਲ ਨਹੀਂ ਹੈਗਾ ਜੀ। ਕੋਈ ਰੱਬ ਦਾ ਪਿਆਰਾ ਮੈਨੂੰ ਉਸ ਵਾਹਿਗੁਰੂ ਨਾਲ ਮਿਲਾ ਦੇਵੇ ਜੀ। ਕੋਈ ਹੋਵੇ, ਕੋਈ ਜੀ। ਕਰਾਂਗਾ ਕੀ ਚਰਨ ਗਾਹੋਂ, ਮੈਂ ਉਹਦੇ ਚਰਨ ਫੜਾਂ। ਬਕੋ ਸ਼ੁਭ ਰਸਨਾ, ਇਸ ਜ਼ੁਬਾਨ ਤੋਂ ਮਿੱਠੇ ਮਿੱਠੇ ਬੋਲ ਉਹਦੇ ਨਾਲ ਬੋਲ ਕੇ ਇਸ ਜ਼ੁਬਾਨ ਰਾਹੀਂ ਉਹਦਾ ਸਤਿਕਾਰ ਕਰਾਂ। ਇੱਥੋਂ ਤੱਕ ਹਰ ਬੰਦੇ ਨੂੰ ਆਪਣੇ ਪ੍ਰਾਣ ਪਿਆਰੇ ਹੈ। ਮਹਾਰਾਜ ਕਹਿੰਦੇ ਦੀਜਹਿ ਪ੍ਰਾਣ ਅਕੋਰ, ਲੋੜ ਪੈਣ ਤੇ ਆਪਣੇ ਪ੍ਰਾਣ ਵੀ ਉਹਨੂੰ ਭੇਟਾ ਦੇ ਰੂਪ ਵਿੱਚ ਦੇ ਦੇਵਾਂ। ਅਕੋਰ ਕਹਿੰਦੇ ਭੇਟਾ ਨੂੰ ਜੀ। ਪ੍ਰੇਮ ਭੇਟਾ ਦੇ ਰੂਪ ਵਿੱਚ ਮੈਂ ਆਪਣੇ ਪ੍ਰਾਣ ਵੀ ਉਹਨੂੰ ਦੇ ਦੇਵਾਂ ਜੇ ਕੋਈ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ। ਕਾਰਨ ਇਹ ਹੈ, ਜਿਹੜਾ ਰੱਬ ਨਾਲ ਜੁੜ ਗਿਆ ਜੀ ਉਹ ਸਭ ਤੋਂ ਵੱਡਾ ਬਣ ਗਿਆ ਜੀ। ਵਾਹਿਗੁਰੂ ਨਾਲ ਜੁੜਨਾ ਹੀ ਸਭ ਤੋਂ ਵੱਡੀ ਗੱਲ ਹੈ। ਅੱਜ ਸੰਸਾਰ ਵਿੱਚ ਬਹੁਤ ਥੋੜ੍ਹੇ ਐਸੇ ਭਾਗਾਂ ਵਾਲੇ ਜੀਵ ਹਨ ਜਿਹੜੇ ਵਾਹਿਗੁਰੂ ਨਾਲ ਜੁੜਨਾ ਚਾਹੁੰਦੇ ਨੇ। ਸਾਧ ਸੰਗਤ ਜੀ, ਵਾਹਿਗੁਰੂ ਨਾਲ ਜੁੜਨਾ ਚਾਹੁੰਦੇ ਹਨ। ਬੜਿਆਂ ਨੂੰ ਮਿਲੀਦਾ ਸਾਧ ਸੰਗਤ ਜੀ।
ਪਰ ਚੰਦ ਲੋਕ ਹੁੰਦੇ ਆ ਜਿਹੜੇ ਰੱਬ ਨਾਲ ਮਿਲਾਪ ਦੀ ਗੱਲ ਕਰਦੇ ਆ। ਚੰਦ ਲੋਕ ਹੁੰਦੇ ਆ। ਕੱਲ ਪਰਸੋਂ ਇੱਕ ਨੌਜਵਾਨ ਵੀਰ ਮਿਲਣ ਵਾਸਤੇ ਆਇਆ ਤਾਂ ਬੜੇ ਪਿਆਰ ਨਾਲ ਕਹਿਣ ਲੱਗਾ, ਕਹਿੰਦਾ ਵੀ ਇਸ ਜਨਮ ਵਿੱਚ ਰੱਬ ਮਿਲ ਜਾਏਗਾ ਨਾ, ਕਹਿੰਦਾ ਮੈਨੂੰ। ਮੈਂ ਉਹਦੀ ਸੋਚ ਵੇਖ ਕੇ ਹੈਰਾਨ ਹੋ ਗਿਆ। ਮੈਂ ਆਪਣੇ ਮਨ ਵਿੱਚ ਵਿਚਾਰ ਕੀਤੀ, ਮਨਾ ਹਰ ਸਮੇਂ ਗੁਰੂ ਘਰ ਵਿੱਚ ਰਹਿਣ ਵਾਲੇ ਅਸੀਂ ਵੀ ਇਹ ਫੁਰਨਾ ਨਹੀਂ ਕਦੀ ਬਣਾਇਆ ਜੀ ਵੀ ਇਸ ਜਨਮ ਵਿੱਚ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਤਾਂ ਹੋ ਜਾਏਗੀ ਨਾ, ਰੱਬ ਤੇ ਮਿਲ ਜਾਏਗਾ ਨਾ, ਕਹਿੰਦਾ। ਸੋ ਆਪ ਜੀ ਬੜੇ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸੁਣ ਰਹੇ ਸੀਗੇ। ਸੁਣਦਿਆਂ ਕਰਦਿਆਂ ਜੋ ਮਹਾਰਾਜ ਨੇ ਵਿੱਚ ਕਿਰਪਾ ਕੀਤੀ ਹੈ, ਇਹ ਭਾਵ ਬਣ ਜਾਵੇ, ਇਹ ਰੱਬ ਦੀ ਬੜੀ ਵੱਡੀ ਮਿਹਰ ਹੈ। ਸੋ ਆਓ ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਧੰਨ ਧੰਨ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਹਨ। ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਉੱਤੇ ਫਤਿਹ ਸ਼ਾਹ ਰਾਜਾ ਪਹਾੜੀ ਰਾਜਿਆਂ ਦੀ ਸ਼ਹਿਰ ਦੇ ਉੱਤੇ ਸਤਿਗੁਰੂ ਜੀ ਉੱਤੇ ਹਮਲਾ ਕਰਨ ਵਾਸਤੇ ਆ ਰਿਹਾ ਜੀ। ਪਠਾਣਾ ਨੂੰ ਇਸ ਗੱਲ ਦਾ ਪਤਾ ਲੱਗਾ ਜੀ। ਪਠਾਣਾ ਨੇ ਸਤਿਗੁਰੂ ਜੀ ਦੇ ਬਾਰੇ ਫੁਰਨਾ ਬਣਾਇਆ ਵੀ ਅਸੀਂ ਖਾਮ-ਖਾ ਮਰ ਜਾਣਾ ਹੈ। ਬੜੀਆਂ ਹੀ ਗੱਲਾਂ ਉਹਨਾਂ ਨੇ ਢਿੱਲੀਆਂ ਮੱਠੀਆਂ ਸੋਚੀਆਂ, ਹਉਮੈ ਵਾਲੀਆਂ ਗੱਲਾਂ ਵੀ ਸੋਚੀਆਂ, ਜਿਨ੍ਹਾਂ ਗੱਲਾਂ ਨੂੰ ਕਰਨ ਸੁਣਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਏਗਾ ਜੀ। ਸਿਰਫ ਡਰਦੇ ਰਹੀਏ ਵਾਹਿਗੁਰੂ ਤੋਂ। ਪਠਾਣਾ ਨੇ ਬੜੀਆਂ ਹਉਮੈ ਵਾਲੀਆਂ ਵੀ ਗੱਲਾਂ ਕੀਤੀਆਂ, ਬੜੀਆਂ ਵਿਅਰਥ ਵੀ ਗੱਲਾਂ ਕੀਤੀਆਂ ਜੀ। ਆਖੋ ਸ਼੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਛੱਡਣ ਦਾ ਫੁਰਨਾ ਬਣਾਇਆ ਜੀ। 4 ਸਰਦਾਰ ਸੀਗੇ, ਕਾਲੇ ਖਾਂ, ਭੀਖਣ ਖਾਂ, ਹਯਾਤ ਖਾਂ ਤੇ ਨਜਾਬਤ ਖਾਂ। ਕਾਲੇ ਖਾਂ ਨੂੰ ਛੱਡ ਕੇ ਬਾਕੀ ਜਿਹੜੇ 3 ਨੇ ਉਹਨਾਂ ਨੇ ਮਹਾਰਾਜ ਕੋਲ ਛੁੱਟੀ ਲੈ ਲਈ ਜੀ। ਮਹਾਰਾਜ ਨੇ ਕਿਹਾ ਵੀ ਫਿਰ ਮੂਰਖੋ ਜਾਓ, ਉਹ ਆ ਗਏ ਜੀ। ਹੋਰ ਮਾੜੀ ਗੱਲ ਜਿਹੜੀ ਉਹਨਾਂ ਨੇ ਕੀਤੀ, ਇੱਕ ਬੰਦਾ 5 ਬੰਦੇ ਭੇਜ ਕੇ ਰਾਜੇ ਫਤਿਹ ਸ਼ਾਹ ਨਾਲ ਗੱਲ ਕੀਤੀ ਤੇ ਰਾਜੇ ਦੇ ਨਾਲ ਰਲ ਗਏ ਜੀ। ਫਤਿਹ ਸ਼ਾਹ ਦੇ ਨਾਲ ਰਲ ਗਏ ਵੀ ਅਸੀਂ ਤੁਹਾਨੂੰ ਭੇਦ ਦੇਵਾਂਗੇ, ਬਸ ਇਹ ਹੈ ਵੀ ਅਸੀਂ ਬਾਅਦ ਚੋਂ ਲੁੱਟ ਕਰਨੀ ਹੈ ਮਹਾਰਾਜ ਦੇ ਖਜ਼ਾਨੇ ਦੀ। ਚਲੋ ਨਾ ਜੰਗ ਕਰਦੇ, ਚਲੇ ਜਾਂਦੇ ਘਰ ਡਰਦੇ ਮਾਰੇ। ਐਡੀ ਵੱਡੀ ਗੱਲ ਨਹੀਂ ਸੀ, ਬੰਦੇ ਕੋ ਭੁੱਲ ਹੋ ਜਾਂਦੀ ਹੈ ਜੀ, ਭੁੱਲ ਹੋ ਜਾਂਦੀ ਹੈ। ਪਰ ਇਹ ਤੇ ਗੱਦਾਰੀ ਕਰ ਰਹੇ ਆ ਜੀ। ਗੁਰੂ ਜੀ ਨੂੰ ਛੱਡ ਕੇ ਉਹਨਾਂ ਦੂਜਿਆਂ ਵਿੱਚ ਜਾ ਕੇ ਰਲ ਰਹੇ ਆ। ਹੁਣ ਉੱਥੋਂ ਡੇਰਾ ਚੁੱਕ ਰਹੇ ਆ ਤੇ ਸਾਧ ਸੰਗਤ ਜੀ ਫਤਿਹ ਸ਼ਾਹ ਨੇ ਕਾਗਜ਼ ਤੇ ਲਿਖ ਕੇ ਦਿੱਤਾ, ਤੁਸੀਂ ਸਾਨੂੰ ਭੇਦ ਦਿਓ, ਜੋ ਮਰਜ਼ੀ ਲੁੱਟਿਓ, ਤੁਹਾਡਾ ਉਲਟਾ ਤੁਹਾਨੂੰ ਇਨਾਮ ਵੀ ਦੇਵਾਂਗੇ। ਇਹ ਸਭ ਕੁਝ ਉਹ ਨਜਾਬਤ ਖਾਂ, ਹਯਾਤ ਖਾਂ, ਭੀਖਣ ਖਾਂ ਪੜ੍ਹ ਕੇ ਬੜੇ ਖੁਸ਼ ਹੋਏ। ਹੁਣ ਅੱਗੋਂ ਕਥਾ ਸਰਵਣ ਕਰਨੀ ਹੈ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਕਾਲੇ ਖਾਂ ਪੁਨ ਦੇਖਤ ਬੋਲਿਓ। ਕਾਲੇ ਖਾਂ ਨੇ ਵੇਖਿਆ ਵੀ ਇਹਨਾਂ ਨੇ ਛੱਡਣ ਦਾ ਤੇ ਪਾਸਾ ਇੱਕ ਰਿਹਾ, ਇਹ ਤਾਂ ਗੁਰੂ ਜੀ ਨਾਲ ਗੱਦਾਰੀ ਕਰ ਰਹੇ ਆ, ਧੋਖਾ ਕਰ ਰਹੇ ਆ। ਮਹਾਰਾਜ ਨੇ ਵਾਹਿਗੁਰੂ ਕਾਲੇ ਖਾਂ ਨੇ ਵੇਖ ਕੇ ਕਿਹਾ, ਕਿਉ ਮੂੜੋ ਤੁਮਰੋ ਚਿਤ ਡੋਲਿਓ। ਕਹਿੰਦਾ ਉਹ ਮੂਰਖੋ, ਤੁਹਾਡਾ ਚਿੱਤ ਕਿਉਂ ਡੋਲ ਗਿਆ? ਕਿਉਂ ਆਪਣੇ ਈਮਾਨ ਤੋਂ ਬੇਈਮਾਨ ਹੋ ਰਹੇ ਹੋ? ਨਿਮਕ ਹਰਾਮੀ ਬਨ ਕੇ ਮਰਨਾ। ਨਮਕ ਹਰਾਮੀ ਬਣ ਗਏ ਹੋ। ਕਹਿੰਦਾ ਚੇਤਾ ਰੱਖਿਓ, ਮਰਨਾ ਤੇ ਤੁਹਾਨੂੰ ਪੈਣਾ ਹੀ ਹੈ। ਨਮਕ ਹਰਾਮੀ ਬਣ ਕੇ ਮਰੋਗੇ, ਕਹਿਣ ਲੱਗਾ ਧੱਬਾ ਲੱਗ ਜਾਏਗਾ ਤੁਹਾਨੂੰ। ਖੋਟ ਨਸੀਬ ਕਰਾਇਓ ਕਰਨਾ। ਇਹ ਤੁਹਾਡਾ ਕਰਮ ਮਾੜੇ ਹੋ ਗਏ। ਤੁਸੀਂ ਆਪਣੇ ਕਰਮ ਮਾੜੇ ਕਰ ਲਏ, ਆਪਣੇ ਭਾਗ ਖੋਟੇ ਕਰ ਲਏ ਤੁਸੀਂ। ਗਮਨ ਕਰਨ ਕੋ ਪ੍ਰਥਮ ਉਮੰਗੇ। ਪਹਿਲਾਂ ਤੁਹਾਡੀ ਇੱਛਾ ਸੀ ਵੀ ਘਰ ਜਾਣਾ,
ਮਹਾਰਾਜ ਨੂੰ ਛੱਡ ਕੇ। ਅਬ ਤੁਮ ਚਾਹਿਓ ਲਰਨ ਗੁਰ ਸੰਗੇ। ਪਰ ਹੁਣ ਤਾਂ ਹੱਦ ਮੁਕਾ ਦਿੱਤੀ ਤੁਸੀਂ ਮਹਾਰਾਜ ਨਾਲ ਲੜਨ ਦਾ ਫੁਰਨਾ ਬਣਾ ਲਿਆ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਤੁਸੀਂ ਲੜਨਾ ਚਾਹੁੰਦੇ ਹੋ ਗੁਰੂ ਜੀ ਦੇ ਨਾਲ। ਕਰਾਮਾਤ ਸਾਹਿਬ ਬਲਵੰਤਾ। ਤੁਹਾਨੂੰ ਪਤਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਕਰਾਮਾਤੀ ਹਨ। ਬੜੀਆਂ ਬਰਕਤਾਂ ਨੇ ਉਹਨਾਂ ਵਿੱਚ। ਬਨੇ ਸਰਬ ਸ਼ਤਰੁਨ ਕੋ ਹੰਤਾ। ਉਹ ਵੈਰੀਆਂ ਨੂੰ ਮਾਰ ਦੇਣਗੇ। ਤੁਹਾਨੂੰ ਇਹ ਵੀ ਪਤਾ, ਇਹ ਜਿੰਨੀ ਮਰਜ਼ੀ ਫੌਜ ਪਹਾੜੀਆਂ ਦੀ ਚੜ੍ਹ ਕੇ ਆ ਜਾਵੇ, ਉਹਨਾਂ ਨੇ ਹਾਰ ਜਾਣਾ ਫੌਜ ਸਾਰੀ ਨੇ। ਕਹੇ ਬਚਨ ਜਿਸ ਬਨ ਹੈ ਅਨਬਨ। ਰਨ ਮੈਂ ਰਿਪ ਗਨ ਡਾਰੇ ਹਨ ਹਨ। ਆਖੋ ਵਾਹਿਗੁਰੂ। ਕਹਿੰਦਾ ਤੁਹਾਨੂੰ ਇਹ ਵੀ ਪਤਾ ਕਿ ਗੁਰੂ ਜੀ ਦੇ ਬਚਨ ਕਰਨ ਦੇ ਨਾਲ ਕੁਝ ਦਾ ਕੁਝ ਹੋ ਜਾਣਾ। ਮਹਾਰਾਜ ਬਚਨ ਕਰ ਦੇਣ ਨਾ, ਬਚਨ ਕਰਨ ਨਾਲ ਕੁਝ ਦਾ ਕੁਝ ਹੋ ਜਾਣਾ। ਤੇ ਜੇ ਮਹਾਰਾਜ ਜੰਗ ਵਿੱਚ ਆ ਗਏ ਫਿਰ ਕੀ ਕਰਨਗੇ? ਫਿਰ ਤੇ ਰਹਿਣਾ ਹੀ ਕੱਖ ਨਹੀਂ ਉਹਨਾਂ ਦਾ। ਉਹ ਤਾਂ ਬਚਨ ਕਰਕੇ ਸਭ ਨੂੰ ਸਵਾਹ ਕਰ ਸਕਦੇ ਹਨ। ਤੁਮ ਗੀਦੀ ਹਵੇ ਕਰ ਮਤ ਮੋਟੇ। ਕਹਿਣ ਲੱਗਾ ਤੁਸੀਂ ਗਧੇ ਹੋ ਗਏ ਜੇ। ਬੜੀ ਵੱਡੀ ਗੱਲ ਸੀਗੀ ਜੀ। ਮੂਰਖਾਂ ਦੇ ਵਿੱਚ ਸੱਚ ਬਿਆਨ ਕਰਨਾ ਇਹ ਛੋਟਾ ਕੰਮ ਨਹੀਂ ਹੁੰਦਾ। ਤੁਸੀਂ ਗਧੇ ਹੋ, ਤੁਸੀਂ ਮੂਰਖ ਹੋ, ਛੋਟੀ ਮਾਤੀ ਰੱਖੀ ਨਾ ਤੁਸੀਂ ਫਿਰ। ਹਾਂਜੀ। ਦੋਜ਼ਕ ਹਿਤ ਸਹੇਰਿਓ ਖੋਟੇ। ਕਹਿਣ ਲੱਗਾ ਸੁਣ ਲਓ, ਭਾਵੇਂ ਤੁਸੀਂ ਮੇਰੇ ਪਠਾਨ ਭਰਾ ਹੋ, ਪਰ ਜਿਹੜਾ ਧੋਖਾ ਤੁਸੀਂ ਕਰ ਰਹੇ ਹੋ ਨਾ, ਦੋਜ਼ਕ ਦੀ ਅੱਗ 'ਚ ਸੜਨਾ ਪਏਗਾ ਤੁਹਾਨੂੰ। ਜਿਹੜਾ ਧੋਖਾ ਕਰ ਰਹੇ ਹੋ, ਤੁਹਾਨੂੰ ਨਰਕਾਂ ਦੀ ਅੱਗ 'ਚ ਸੜਨਾ ਪਏਗਾ। ਤੁਸੀਂ ਗੁਰੂ ਜੀ ਨਾਲ ਧੋਖਾ ਕਰ ਰਹੇ ਹੋ। ਨਿਰਵੈਰੇ ਨਾਲ ਜੇ ਵੈਰ ਰਚਾਏਂਦੇ। ਹਾਂਜੀ ਹਾਂਜੀ। ਬੰਸ ਪਠਾਨ ਕਲੰਕਤ ਕੀਨਾ। ਅਵਗਤ ਮਰੋ ਅਜਸ ਜਗ ਲੀਨਾ। ਤੁਸੀਂ ਪਠਾਣਾਂ ਦੇ ਉੱਤੇ ਕਲੰਕ ਹੋ। ਕਹਿਣ ਲੱਗਾ ਕਲੰਕ ਹੋ, ਤੇ ਪੱਕੀ ਗੱਲ ਹੈ ਮਰਨ ਤੋਂ ਬਾਅਦ ਤੁਹਾਡੀਆਂ ਰੂਹਾਂ ਭਟਕਦੀਆਂ ਰਹਿਣਗੀਆਂ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਹੁੰਦਾ ਇਸ ਤਰ੍ਹਾਂ ਸਾਧ ਸੰਗਤ ਜੀ। ਤੁਸੀਂ ਧੋਖਾ ਕਰ ਰਹੇ ਹੋ। ਗੁਰੂ ਤੋਂ ਬਗੈਰ ਗਤੀ ਨਹੀਂ ਹੋਣੀ। ਮਰਨ ਤੋਂ ਬਾਅਦ ਰੂਹਾਂ ਭਟਕਦੀਆਂ ਰਹਿਣਗੀਆਂ ਤੁਹਾਡੀਆਂ। ਸੁਣ ਭੀਖਨ ਖਾਂ ਤਰਜਤ ਬੋਲਾ। ਹੁਣ ਇਹ ਜਦੋਂ ਕਰੋੜ ਕੇ ਕਾਲੇ ਖਾਂ ਨੇ ਗੱਲਾਂ ਸੁਣਾਈਆਂ, ਭੀਖਨ ਖਾਂ ਗੁੱਸੇ 'ਚ ਆ ਗਿਆ ਜੀ। ਉਹਨੂੰ ਕਹਿਣ ਲੱਗਾ ਧਰ ਤੂਸ਼ਨ ਤੂੰ ਬੈਠ ਅਡੋਲਾ। ਕਹਿੰਦਾ ਤੂੰ ਤੇ ਚੁੱਪ ਕਰਕੇ ਹੀ ਬਹਿ ਜਾ, ਚੁੱਪ ਕਰਕੇ ਬੈਠ ਜਾ। ਅਪਰਨ ਕੀ ਤੁਝ ਕੋ ਕਿਆ ਪਰੀ। ਹਾਂਜੀ। ਭਲੀ ਕਰੇ ਅਥਵਾ ਕੋ ਬੁਰੀ। ਤੈਨੂੰ ਕੀ ਪਈ ਆ? ਭਾਵੇਂ ਅਸੀਂ ਚੰਗਾ ਕਰੀਏ, ਭਾਵੇਂ ਅਸੀਂ ਬੁਰਾ ਕਰੀਏ, ਤੈਨੂੰ ਕੀ ਮਤਲਬ ਹੈਗਾ? ਕਹਿੰਦਾ ਹਾਂਜੀ। ਉਤ ਸਤਿਗੁਰ ਸ਼੍ਰੀ ਮੁਖ ਤੇ ਭਾਖੇ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਫਿਰ ਆਖੋ ਸ੍ਰੀ ਵਾਹਿਗੁਰੂ। ਸੰਗਤ ਜੀ, ਸੱਚੇ ਪਾਤਸ਼ਾਹ ਬੜੇ ਦਿਆਲੂ ਨੇ ਜੀ। ਇੱਧਰ ਇਹ ਮਾੜਾ ਸੋਚ ਰਹੇ ਨੇ, ਉਧਰ ਗੁਰੂ ਜੀ ਫਿਰ ਦਇਆ ਦੇ ਘਰ 'ਚ ਆਏ ਜੀ। ਹਾਂਜੀ। ਸੰਗੋ ਸ਼ਾਹ ਜਾਹੋ ਲਿਹੋ ਰਾਖੇ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਭੂਆ ਦੇ ਪੁੱਤਰ ਬਾਬਾ ਸੰਗੋ ਸ਼ਾਹ ਜੀ ਨੂੰ ਮਹਾਰਾਜ ਕਹਿਣ ਲੱਗੇ, ਸੰਗੋ ਸ਼ਾਹ ਜਾਓ, ਉਹਨਾਂ ਪਠਾਣਾਂ ਨੂੰ ਰੱਖ ਲਓ, ਜਾਣ ਨਾ ਇੱਥੋਂ। ਹਾਂਜੀ। ਕਹੋ ਸੇ ਪਰ ਤਨ ਕੀ ਤਬੈ। ਉਹਨਾਂ ਨੂੰ ਕਹੋ ਵੀ ਯੁੱਧ ਜਿੱਤਣ ਤੋਂ ਬਾਅਦ ਢਾਲ ਭਰ ਕੇ ਮਾਇਆ ਦੀ ਦਵਾਂਗੇ। ਕਹਿਣ ਲੱਗੇ ਢਾਲ ਭਰ ਕੇ। ਦੇ ਹੈ ਰਣ ਕਰ ਆਵਹਿ ਜਬੈ। ਬਸ ਇੱਕ ਵਾਰੀ ਜੰਗ ਜਿੱਤ ਜਾਈਏ, ਢਾਲ ਭਰ ਕੇ ਮਾਇਆ ਦੀ ਦਵਾਂਗੇ ਕੱਲੇ ਨੂੰ। ਰਣ ਤੇ ਨਹੀਂ ਤਰਾਸ ਉਪਜਾਵੋ। ਸੰਗੋ ਸ਼ਾਹ ਜੀ ਉਹਨਾਂ ਨੂੰ ਕਹੋ ਹੁਣ ਜੰਗ ਤੋਂ ਡਰੋ ਨਾ। ਹੁਣ ਜਿਹੜਾ ਸਮਾਂ ਆ ਗਿਆ ਉਸ ਸਮੇਂ ਨੂੰ ਨਿਭਾਈਏ ਨਾਲ। ਫਤਿਹ ਦਰਬ ਦਵੈ ਲੈ ਘਰ ਜਾਵੋ। ਜਿੱਤ ਹੋਣ ਤੋਂ ਬਾਅਦ ਖੁੱਲੀ ਮਾਇਆ ਘਰ ਨੂੰ ਲੈ ਕੇ ਜਾਓਗੇ। ਹਾਂਜੀ।
ਕਹੋ ਬਾਕ ਗੁਰ ਕੋ ਨਹਿ ਮੋਰਿਓ ਹਾਂਜੀ, ਨੈ ਕੋ ਚਾਹਤ ਤਿਨੋ ਨਿਹੋਰਿਓ। ਆਖੋ ਸ੍ਰੀ ਵਾਹਿਗੁਰੂ। ਸੰਗੋ ਸ਼ਾਹ ਜੀ ਨਹੀਂ ਚਾਹੁੰਦੇ ਵੀ ਉਹ ਪਠਾਨ ਵਾਪਸ ਆਉਣ ਜੀ, ਗਦਾਰ ਨੇ ਜੀ। ਉਹ ਨਹੀਂ ਸੀ ਚਾਹੁੰਦੇ ਵੀ ਵਿੱਚ ਦੁਬਾਰਾ ਰਲਣ, ਪਰ ਕੀ ਕਰਨ, ਸਤਿਗੁਰੂ ਜੀ ਦਾ ਬਚਨ ਨਹੀਂ ਮੋੜਿਆ ਜਾ ਸਕਦਾ। ਇਹ ਵੀ ਸਿੱਖ ਦਾ ਧਰਮ ਹੈ ਨਾ, ਉਹ ਮਹਾਰਾਜ ਦਾ ਬਚਨ ਨਹੀਂ ਮੋੜਨਾ ਚਾਹੁੰਦੇ। ਹਾਂਜੀ, ਰਣ ਤੇ ਤਰਸਤ ਜਾਤ ਹੈ ਭਾਗੇ ਗੀਦੀ ਪਏ ਨ ਚਹਿ ਮੁਖ ਲਾਗੇ। ਕੋਈ ਉਹਨਾਂ ਦੇ ਮੂੰਹ ਨਹੀਂ ਸੀ ਲੱਗਣਾ ਚਾਹੁੰਦਾ ਪਠਾਣਾਂ ਦੇ। ਕਿਉਂ? ਜੰਗ ਤੋਂ ਡਰਦਿਆਂ ਗਧੇ ਬਣ ਕੇ, ਕਾਇਰ ਬਣ ਕੇ ਭੱਜ ਰਹੇ ਸਨ ਜੀ ਉਹ। ਹਾਂਜੀ, ਗਇਓ ਬੈਠ ਤਿਨ ਕੋ ਸਮਝਾਏ। ਫਿਰ ਸੰਗੋ ਸ਼ਾਹ ਜੀ ਗਏ ਜੀ ਉਹਨਾਂ ਪਠਾਣਾਂ ਕੋਲ। ਬਾਬਾ ਸੰਗੋ ਸ਼ਾਹ ਜੀ ਉਹਨਾਂ ਨੂੰ ਸਮਝਾਉਣ ਲੱਗੇ। ਭੀਖਨ ਖਾਂ ਤੁਮ ਕਿਉਂ ਡਰ ਪਾਏ। ਕਹਿੰਦੇ ਭੀਖਣ ਖਾਂ ਤੁਸੀਂ ਕਿਉਂ ਡਰ ਰਹੇ ਹੋ, ਜੰਗ ਤੋਂ ਕਿਉਂ ਡਰਦੇ ਜੇ ਇੰਨਾ। ਸਤਿਗੁਰ ਕਹਿਓ ਸਿਪਰ ਭਰ ਦੇ ਹੈ ਰਣ ਕਰ ਬਹੁਰ ਸਿਵਰ ਜਬ ਐ ਹੈ। ਗੁਰੂ ਸਾਹਿਬ ਨੇ ਮੈਨੂੰ ਕਿਹਾ ਉਹਨਾਂ ਨੂੰ ਰੱਖ ਲਓ। ਜਦੋਂ ਮਹਾਰਾਜ ਜੰਗ ਜਿੱਤਣਗੇ ਨਾ, ਤੇ ਸਤਿਗੁਰੂ ਜੀ ਕੱਲੇ ਕੱਲੇ ਪਠਾਣ ਨੂੰ ਢਾਲ ਭਰ ਕੇ ਮਾਇਆ ਦੀ ਤੇ ਦੇਣਗੇ, ਕੱਲੇ ਕੱਲੇ ਪਠਾਣ ਨੂੰ। ਉਦੋਂ ਮਾਇਆ ਕੀ ਹੁੰਦੀ ਸੀ? ਸੋਨੇ ਚਾਂਦੀ ਦੇ ਸਿੱਕੇ ਹੁੰਦੇ ਸੀਗੇ ਸਾਧ ਸੰਗਤ ਜੀ। ਮਹਾਰਾਜ ਢਾਲਾਂ ਭਰ ਭਰ ਕੇ ਤੁਹਾਨੂੰ ਦੇਣਗੇ। ਹਾਂਜੀ, ਨਹੀਂ ਮਰਦ ਕੋ ਲਾਇਕ ਐਸੇ। ਜਿਹੜੇ ਮਰਦ ਹੁੰਦੇ ਆ ਨਾ, ਉਹ ਗੱਲ ਕਰਕੇ ਫਿਰਦੇ ਨਹੀਂ ਹੈ। ਤੁਸੀਂ ਮਹਾਰਾਜ ਨਾਲ ਬਚਨ ਕੀਤੇ ਆ, ਮਹਾਰਾਜ ਦੀ ਫੌਜ ਚੋਂ ਤੁਸੀਂ। ਜੰਗ ਪਰੇ ਤੁਮ ਤਿਆਗਿਓ ਜੈਸੇ। ਇਹ ਮਰਦਾਂ ਨੂੰ ਬਣ ਆਉਂਦਾ? ਉਧਰ ਜੰਗ ਦਾ ਸਮਾਂ ਹੋਵੇ ਤੇ ਮਰਦ ਭੱਜ ਜਾਣ। ਹਾਂਜੀ, ਅਬਲੋ ਮਿਹਰ ਕਰਤ ਗੁਰ ਪੂਰੇ। ਕਹਿਣ ਲੱਗਾ ਭੀਖਣ ਖਾਂ, ਸੰਗੋ ਸ਼ਾਹ ਜੀ ਕਹਿੰਦੇ ਆ, ਭੀਖਣ ਖਾਂ ਤੁਸੀਂ ਤੇ ਭੱਜ ਚੱਲੇ ਹੋ, ਪਰ ਪੂਰੇ ਗੁਰੂ ਜੀ ਅਜੇ ਵੀ ਤੁਹਾਡੇ ਤੇ ਮਿਹਰ ਕਰ ਰਹੇ ਨੇ। ਮਹਾਰਾਜ ਅਜੇ ਵੀ ਵੇਖੋ ਤੁਹਾਡੇ ਤੇ ਕਿਰਪਾ ਕਰ ਰਹੇ। ਸਾਧ ਸੰਗਤ ਜੀ, ਹੈ ਹੀ ਇਸ ਤਰ੍ਹਾਂ। ਬੰਦਾ ਕਈ ਵਾਰੀ ਭੱਜਦਾ, 100 ਲੱਤਾਂ ਮਾਰਦਾ, ਪਰ ਗੁਰੂ ਜੀ ਨਹੀਂ ਖਹਿੜਾ ਛੱਡਦੇ ਜੀ, ਹੱਥ ਨਹੀਂ ਛੱਡਦੇ ਜੀ। ਬੰਦਾ ਚਾਹੁੰਦਾ ਮੈਂ ਖਹਿੜਾ ਛੱਡ ਦੇਵਾਂ, ਮਹਾਰਾਜ ਭਲਾ ਹੀ ਕਰਦੇ। ਸੱਚੇ ਪਾਤਸ਼ਾਹ ਚਾਹੁੰਦੇ ਸਿੱਖਾ ਕਿਸੇ ਨਾ ਕਿਸੇ ਤਰੀਕੇ ਨਾਲ ਤੇਰਾ ਭਲਾ ਹੋ ਜਾਵੇ, ਪਰ ਮਾਫ ਕਰਿਓ, ਅਸੀਂ ਆਪਣਾ ਭਲਾ ਕਰਾ ਕੇ ਰਾਜੀ ਨਹੀਂ ਹੈਗੇ। ਆਖੋ ਸ੍ਰੀ ਵਾਹਿਗੁਰੂ। ਹਾਂਜੀ, ਅਸੀਂ ਦਾ ਭਾਵ ਤੁਸੀਂ ਤੇ ਚੰਗੇ ਚ ਗੁਰਮੁਖ ਬੈਠੇ ਹੋ, ਰੱਬ ਦੇ ਪਿਆਰੇ ਬੈਠੇ ਹੋ, ਮੇਰੇ ਵਰਗੇ ਬੰਦੇ ਜੀ। ਭੀਖਣ ਖਾਂ ਨੂੰ ਕਿਹਾ ਸੰਗੋ ਸ਼ਾਹ ਨੇ, ਕਹਿੰਦੇ ਵੇਖ ਲੋ ਅਜੇ ਵੀ ਗੁਰੂ ਸਾਹਿਬ ਤੁਹਾਡੇ ਉੱਤੇ ਮਿਹਰ ਕਰਨੀ ਚਾਹੁੰਦੇ ਹਨ। ਕਾਰਜ ਸਭ ਸੁਧਰੈ ਬਿਦਰੂਰੇ। ਤੁਹਾਡੇ ਸਾਰੇ ਕਾਰਜ ਸਬਰ ਜਾਣਗੇ, ਸਾਰੇ ਕੰਮ ਤੁਹਾਡੇ ਪੂਰੇ ਹੋਣਗੇ। ਸੁਣ ਭੀਖਨ ਬੋਲਿਓ ਮਤ ਮੰਦਾ। ਪਰ ਮਾੜੀ ਮੱਤ ਵਾਲਾ ਭੀਖਣ ਖਾਂ ਅੱਗੋਂ ਕਹਿਣ ਲੱਗਾ, ਹਮ ਸੋ ਭਾਖਤ ਡਰਤ ਨਿਬੇਲੰਦਾ। ਕਹਿਣ ਲੱਗਾ ਤੁਸੀਂ ਕੀ ਕਹਿੰਦੇ ਤੇ ਵੀ ਅਸੀਂ ਡਰ ਗਏ, ਅਸੀਂ ਜੰਗ ਤੋਂ ਡਰਦੇ ਹਾਂ। ਹਾਂਜੀ, ਤਰਾਸ ਕਰਤ ਗੁਰ ਪੀਸ ਕਾਲਾ। ਕਹਿਣ ਲੱਗਾ ਫਿਰ ਸੁਣ ਲਾ ਸੰਗੋ ਸ਼ਾਹ, ਕੱਲੇ ਅਸੀਂ ਨਹੀਂ ਡਰਨ ਦੇ, ਡਰਨ ਤੇ ਗੁਰੂ ਗੋਬਿੰਦ ਰਾਏ ਜੀ ਵੀ ਡਰੇ ਨੇ। ਮਹਾਰਾਜ ਨੂੰ ਕਿਹਾ ਵੀ ਮਹਾਰਾਜ ਡਰਦੇ। ਆਖੋ ਸ੍ਰੀ, ਐਡੇ ਮੂਰਖ ਨੇ। ਬਸ ਜਦੋਂ ਸਿਰ ਤੇ ਹਉਮੈ ਚੜ ਜੇ, ਹੰਕਾਰ ਚੜ ਜੇ, ਫਿਰ ਨਹੀਂ ਬੰਦਾ ਵੇਖਦਾ ਵੀ ਮੈਂ ਕੀ ਬੋਲ ਰਿਹਾ। ਹਾਂਜੀ, ਦੇਨ ਦਰਬ ਕੈ ਪਠਤ ਵਿਸਾਲਾ। ਤਾਈਓ ਤੇ ਆਪਣੇ ਆਦਮੀ ਭੇਜ ਰਹੇ ਆ, ਤਾਈਓ ਤੇ ਕਹਿ ਰਹੇ ਵੀ ਮਾਇਆ ਲੈ ਲਓ ਸਾਡੇ ਤੋਂ। ਅਸਲ ਵਿੱਚ ਉਹਨਾਂ ਪਠਾਣਾਂ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦਾ ਹਿਰਦਾ ਕਿੰਨਾ ਵੱਡਾ ਹੈ। ਮਹਾਰਾਜ ਤੇ ਫਿਰ ਬਖਸ਼ ਰਹੇ ਨੇ ਸਾਧ ਸੰਗਤ ਜੀ, ਫਿਰ ਮਿਹਰ ਕਰ ਰਹੇ ਆ ਇਹਨਾਂ ਦਾ ਭਲਾ ਹੋ ਜੇ। ਹਾਂਜੀ, ਮਰਬੋ ਕੌਣ ਚਹੈ ਬਤਲਾਵੋ। ਹਾਂਜੀ, ਬਾਰ ਬਾਰ ਤੁਮ ਹਮੇ ਹਟਾਵੋ। ਉਹ ਕਹਿਣ ਲੱਗਾ ਮੈਨੂੰ ਰੋਕ ਨਾ ਬਾਰ ਬਾਰ। ਕੌਣ ਬੰਦਾ ਜਿਹੜਾ ਮਰਨਾ ਚਾਹੁੰਦਾ? ਅਸੀਂ ਕਿਉਂ ਮਰੀਏ? ਕਹਿੰਦਾ ਕੋਟ ਜਤਨ ਤੇ ਹਮ ਨਹਿ ਰਹੇ। ਫਿਰ ਉਹਨੇ ਕਹਿਤਾ ਤੁਸੀਂ ਕਰੋੜਾਂ ਯਤਨ ਕਰ ਲੋ, ਅਸੀਂ ਨਹੀਂ ਤੇ ਹੁਣ ਇੱਥੇ ਰਹਿਣਾ,
ਅਸੀਂ ਚੱਲੇ ਹਾਂ। ਕਿਉ ਗੁਰ ਫੇਰ ਫੇਰ ਕਰ ਕਹੈ। ਮਹਾਰਾਜ ਬਾਰ-ਬਾਰ ਸਾਨੂੰ ਕਿਉਂ ਕਹਿੰਦੇ ਆ? ਹਾਂਜੀ। ਸੁਣ ਕਰ ਸੰਗੋ ਸ਼ਾਹ ਸਿਧਾਰਾ। ਤੇ ਸੁਣ ਕੇ ਸੰਗੋ ਸ਼ਾਹ ਗੁੱਸੇ ਵਿੱਚ ਤੇ ਆਏ, ਪਰ ਪੀ ਗਏ ਜੀ ਗੁੱਸਾ ਜੀ। ਇਹ ਮੂਰਖ ਮਹਾਰਾਜ ਨੂੰ ਡਰਦਾ ਹੋਇਆ ਕਹਿ ਰਹੇ ਆ। ਇਹਨਾਂ ਬਾਰੇ ਇਹੋ ਹੀ ਪੰਕਤੀ ਠੀਕ ਹੈ। ਜਾਨ ਬੂਝ ਕੇ ਬਾਵਰੈ ਤੈ ਕਾਜ ਬਿਗਾਰਿਓ। ਸੰਗੋ ਸ਼ਾਹ ਜੀ ਫਿਰ ਉੱਥੋਂ ਉੱਠ ਕੇ ਆ ਗਏ। ਮਹਾਰਾਜ ਸੋ ਚਹਿਤ ਨਿਕਾਰਾ। ਹਾਂਜੀ। ਅਬ ਬੋਲਤ ਖੋਟੀ ਬਿਦ ਐਸੇ। ਡੇਰਾ ਲੂਟ ਲੀਜੇ ਐਸੇ। ਜੈਸੇ ਆਖੋ ਸ੍ਰੀ ਵਾਹਿਗੁਰੂ। ਸੰਗੋ ਸ਼ਾਹ ਇਹ ਸੁਣ ਕੇ ਚਲੇ ਗਏ ਤੇ ਗੁਰੂ ਜੀ ਨੇ ਕਿਹਾ, ਫਿਰ ਆਖੋ ਵਾਹਿਗੁਰੂ, ਸਤਿਗੁਰੂ ਜੀ ਨੂੰ ਕਿਹਾ ਉਹਨਾਂ ਨੇ, ਮਹਾਰਾਜ ਹੁਣ ਪਠਾਨ ਰੱਖਣੇ ਨਹੀਂ ਚਾਹੀਦੇ, ਕੱਢ ਦੇਣੇ ਚਾਹੀਦੇ ਹੈ। ਜ਼ਿਆਦਾ ਹੀ ਗਲਤ ਬੋਲ ਰਹੇ ਆ। ਹੁਣ ਤਾਂ ਅਤ ਖੋਟੀ ਬੁੱਧੀ ਨਾਲ ਬੋਲਦੇ ਸੱਚੇ ਪਾਤਸ਼ਾਹ। ਉਹਨਾਂ ਦਾ ਤੇ ਸਾਜੋ ਸਮਾਨ ਵੀ ਲੁੱਟ ਲੈਣਾ ਚਾਹੀਦਾ ਸਾਰਾ। ਹਾਂਜੀ। ਸੁਣਤ ਸ਼ਿਮਾਨਿਦ ਸ਼ਿਮਾ ਉਪਾਈ। ਪਰ ਕਿੱਡੇ ਵੱਡੇ ਦਇਆ ਦੇ ਖਜ਼ਾਨੇ ਨੇ ਮਹਾਰਾਜ। ਸਦਾ ਹੀ ਮਾਫ ਕਰਦੇ ਰਹਿੰਦੇ, ਸਦਾ ਹੀ ਮਾਫ ਕਰਦੇ ਰਹਿੰਦੇ ਐ। ਸੱਚੇ ਪਾਤਸ਼ਾਹ ਨੇ ਫਿਰ ਮਾਫ ਹੀ ਕੀਤਾ ਉਹਨਾਂ ਨੂੰ ਜੀ। ਅਜੇ ਕੀ ਮਹਾਰਾਜ ਨੂੰ ਮਾੜਾ ਬੋਲੇ ਐ। ਹਾਂਜੀ। ਕਹਿਓ ਜਾਣ ਦਿਓ ਕਹੂੰ ਨਾ ਜਾਈ। ਆਖੋ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਨਹੀਂ, ਜਾਣ ਦਿਓ ਜਿੱਥੇ ਜਾਣਾ ਇਹਨਾਂ ਨੇ, ਕਿਤੇ ਨਹੀਂ ਪਹੁੰਚ ਸਕਦੇ ਹੁਣ ਇਹ। ਹਾਂਜੀ। ਇਨਕੇ ਸੀਸ ਝੜੀ ਅੰਮ੍ਰਿਤ ਆਏ। ਸਹਿਜ ਸੁਭਾਅ ਕੁਝ ਸਮਾਂ ਚੁੱਪ ਹੋ ਕੇ ਮਹਾਰਾਜ ਕਹਿਣ ਲੱਗੇ, ਅਸਲ ਵਿੱਚ ਇਹਨਾਂ ਦੇ ਸਿਰ ਤੇ ਮੌਤ ਆ ਗਈ ਹੈ, ਕਹਿਣ ਲੱਗੇ। ਹਾਂਜੀ। ਇਨਕੇ ਸੀਸ ਚੜੀ ਅੰਮ੍ਰਿਤ ਆਏ। ਕਿਮਹੁ ਨ ਜੀਵਨ ਸਾਕੈ ਪਾਏ। ਹੁਣ ਕਹਿਣ ਲੱਗੇ ਜ਼ਿੰਦਗੀ ਕਿਵੇਂ ਪਾਉਣ, ਇਹ ਤਾਂ ਮਰੇ ਹੀ ਸਮਝੋ। ਹੁਣ ਕਹਿਣ ਲੱਗੇ, ਬਚਨ ਗੁਰੂ ਜੋ ਪੂਰੇ ਕਹਿਓ। ਜੋ ਬਚਨ ਕਰਨਾ ਵਰਤਣਾ ਤਾਂ ਹੈ ਹੀ ਹੈ। ਫਿਰ ਸਾਧ ਸੰਗਤ ਜੀ, ਅਬ ਕੈ ਪਠੋ ਮੂੜ ਚਲ ਜਾਵੋ। ਹਾਂਜੀ। ਬਿਲ ਮੋਹ ਨੈ ਧੁੰਦਬ ਉਲਟਾਵੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਾਓ ਉਹਨਾਂ ਨੂੰ ਕਹਿ ਦੋ, ਮੂਰਖੋ ਜਾਓ ਇੱਥੋਂ, ਦੇਰ ਨਾ ਕਰੋ, ਆਪਣੇ ਨਗਾਰੇ ਮੁੱਦੇ ਮਾਰ ਕੇ ਜਾਵੋ। ਜੇਕਰ ਚੋਬ ਨਗਾਰੇ ਪਰੈ। ਹਾਂਜੀ। ਲੂਟ ਲਹਿੰਗੇ ਲਰਹਿ ਤਾਂ ਮਰੈ। ਆਪਣਾ ਨਗਾਰਾ ਮੁੱਦਾ ਕਰਕੇ ਜਾਇਓ। ਜੇ ਤੁਸੀਂ ਜਾਣ ਲੱਗਿਆਂ ਨਗਾਰੇ ਤੇ ਚੋਟ ਮਾਰੀ ਤੇ ਫਿਰ ਤੁਹਾਡੀਆਂ ਫੌਜਾਂ ਨੂੰ ਲੁੱਟ ਲੈਣਗੇ ਸਿੱਖ ਸਾਡੇ। ਹਾਂਜੀ। ਤੀਬਰ ਹੁਕਮ ਸੁਨ ਸੁਭਟ ਸਿਧਾਏ। ਹਾਂਜੀ। ਤਤ ਛਿਨ ਕੈ ਦੁੰਦਬ ਉਲਟਾਏ। ਗੁਰੂ ਸਾਹਿਬ ਨੇ ਹੁਕਮ ਕੀਤਾ, ਗੁਰੂ ਕੇ ਸਿੱਖਾਂ ਨੇ ਉਸੇ ਵੇਲੇ ਜਾ ਕੇ ਕਹਿ ਦਿੱਤਾ। ਸਾਧ ਸੰਗਤ ਜੀ, ਉਹਨਾਂ ਨਿਸ਼ਾਨ ਆਪਣੇ ਨਗਾਰੇ ਮੁੱਦੇ ਮਾਰ ਲਏ ਜੀ। ਨਗਾਰੇ ਮੁੱਦੇ ਮਾਰਨੇ ਇੱਕ ਕਾਇਰਤਾ ਦੀ ਨਿਸ਼ਾਨੀ ਹੈ। ਗੁਰੂ ਘਰ ਦਾ ਨਗਾਰਾ ਕਦੀ ਮੁੱਦਾ ਨਹੀਂ ਝੇਉਂਦਾ, ਸਦਾ ਸਿੱਧਾ ਰਹਿੰਦਾ। ਸਾਧ ਸੰਗਤ ਜੀ। ਹਾਂਜੀ। ਸ਼ੀਗਰ ਚੜਾਏ ਨਿਕਾਸੇ ਬਾਹਰ। ਬਸ ਛੇਤੀ ਉਹਨਾਂ ਨੂੰ ਚੜਾਇਆ ਤੇ ਪੌਂਟਾ ਸਾਹਿਬ ਚੋਂ ਬਾਹਰ ਕੱਢ ਦਿੱਤਾ। ਚਲੇ ਤਰਾਸ ਜਿਮ ਪਿਖ ਮ੍ਰਿਗ ਨਾਹਰ। ਕਹਿਣ ਲੱਗੇ, ਇਉਂ ਡਰਦੇ ਹੋਏ ਭੱਜਦੇ ਜਾ ਰਹੇ ਆ ਜਿਵੇਂ ਸ਼ੇਰ ਨੂੰ ਵੇਖ ਕੇ ਹਿਰਨ ਭੱਜਦੇ ਹਨ। ਆਪਸ ਮੈਂ ਬੋਲਤ ਬਿਗਸੰਤੇ। ਪਰ ਆਪਸ ਵਿੱਚ ਮਿਲ ਕੇ ਨਾ ਖੁਸ਼ ਹੁੰਦੇ ਹਨ। ਸੁਣੋ ਖਾਨ ਜਾਦੇ ਬਲਵੰਤੇ। ਬ੍ਰਿੰਦ ਰਜ ਤਨ ਪਨ ਗਣ ਦੀ ਨਾਰਾ। ਹਾਂਜੀ। ਮੁਕਤਾ ਹੀਰਾ ਆਦ ਉਧਾਰਾ। ਬਸ ਫਿਰ ਕੀ ਸੀ, ਸਾਧ ਸੰਗਤ ਜੀ ਆਪਸ 'ਚ ਗੱਲਾਂ ਕਰਦੇ, ਕੋਈ ਨਹੀਂ ਫਤਿਹ ਸ਼ਾਹ ਦੇ ਕੋਲ ਜਾਂਦੇ ਆ, ਜਿੱਤ ਉਹਨਾਂ ਨੇ ਜਾਣਾ, ਪਿੱਛੋਂ ਗੁਰੂ ਕੀ ਫੌਜ ਦਾ ਸਮਾਨ ਲੁੱਟਾਂਗੇ, ਗੁਰੂ ਦਾ ਖਜ਼ਾਨਾ ਲੁੱਟਾਂਗੇ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗੱਲ ਪਰੀ। ਇਹ ਹੋਣਾ ਇਹਨਾਂ ਨਾਲ ਜੀ। ਹਾਂਜੀ। ਦੋਹਰਾ ਨਿਕਸ ਗਏ ਜਬ ਖਾਨ ਇਮ। ਸਤਗੁਰ ਖਤ ਲਿਖਵਾਏ। ਹਾਂਜੀ। ਬੁੱਧੂ ਸ਼ਾਹ ਸਮੀਪ ਤਬ ਤੂਰਨ ਦਇਓ ਪਠਾਏ। ਹੁਣ ਉਹਨਾਂ ਪਠਾਣਾਂ ਦੀ ਗਵਾਹੀ ਕਿੰਨੇ ਭਰੀ ਸੀਗੀ ਜੀ, ਵੀ ਮਹਾਰਾਜ ਰੱਖੋ। ਉਹਨਾਂ ਪਠਾਣਾਂ ਦੀ ਗਵਾਹੀ ਇੱਕ ਬੜੇ ਪਿਆਰ ਵਾਲੇ, ਜਿਨ੍ਹਾਂ ਦਾ ਰੋਮ ਰੋਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਿਆਰ ਕਰਦਾ,
ਪੀਰ ਬੁੱਧੂ ਸ਼ਾਹ ਜੀ, ਉਹਨਾਂ ਨੇ ਗਵਾਹੀ ਦਿੱਤੀ ਸੀਗੀ ਜੀ। ਮਹਾਰਾਜ ਨੇ ਇੱਕ ਚਿੱਠੀ ਲਿਖ ਕੇ ਭੇਜ ਦਿੱਤੀ ਵੀ ਪੀਰ ਜੀ, ਤੁਹਾਡੇ ਰੱਖੇ ਹੋਏ ਪਠਾਨ, ਰਖਵਾਏ ਹੋਏ ਪਠਾਨ ਭੱਜ ਗਏ ਨੇ। ਹਾਂਜੀ। ਚੌਪਈ ਉਪਾਲੰਬ ਬੋ ਤਿਸੈ ਪਠਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਲਾਮਾ ਵੀ ਲਿਖ ਕੇ ਭੇਜਿਆ ਜੀ, ਵੀ ਤੁਹਾਡੇ ਕਹਿਣ ਉੱਤੇ ਅਸੀਂ ਰੱਖੇ ਸੀਗੇ। ਹਾਂਜੀ। ਨੌਕਰ ਜੇ ਪਠਾਨ ਰਖਵਾਏ। ਤੁਸੀਂ ਸਾਡੇ ਨੌਕਰ ਰਖਵਾਏ, ਨੌਕਰੀ ਕਰਦੇ ਰਹੇ, ਤਨਖਾਹ ਲੈਂਦੇ ਰਹੇ ਸਾਡੇ ਤੋਂ। ਪਾਵਤ ਰਹੇ ਰੋਜ਼ ਦਰਮਾਹਾ। ਰੋਜ਼ ਦੇ ਰੋਜ਼ ਉਹਨਾਂ ਨੂੰ ਮਾਇਆ ਮਿਲਦੀ ਸੀਗੀ ਗੁਰੂ ਕੀ ਗੋਲਕ ਵਿੱਚੋਂ। ਧਨ ਗਨ ਲੀਨਸ ਆਪਣੇ ਪਾਹਾ। ਖੂਬ ਮਾਇਆ ਵੀ ਲਈ ਉਹਨਾਂ ਨੇ। ਵੇਖੋ ਨਾ ਜੀ, ਨੌਕਰ ਤੇ ਇੱਕ ਅੱਧਾ ਬੰਦਾ ਰੱਖਣਾ ਔਖਾ ਹੁੰਦਾ ਜੀ, 500 ਬੰਦਾ ਮਹਾਰਾਜ ਨੇ ਰੱਖਿਆ ਜੀ। ਕੋਈ ਛੋਟੀ ਗੱਲ ਥੋੜੀ ਸੀਗੀ। ਹਾਂਜੀ। ਅਬੈ ਜੰਗ ਕੋ ਕਾਰਜ ਪਰਿਓ। ਹੁਣ ਸਾਨੂੰ ਜੰਗ ਦਾ ਕੰਮ ਆ ਬਣਿਆ ਹੈ। ਦੇਖ ਗੀਦੀਅਨ ਕੋ ਮਨ ਡਰਿਓ। ਤੇ ਮੂਰਖਾਂ ਨੇ ਵੇਖ ਕੇ ਡਰ ਧਾਰਨ ਕਰ ਲਿਆ। ਲਖ ਰਾਜਨ ਕੀ ਸੈਨ ਕਨੇਰੀ। ਰਾਜਿਆਂ ਦੀ ਫੌਜ ਜਿਆਦੀ ਜਾਣੀ, ਵੀ ਸਾਡੀ ਗੁਰੂ ਦੀ ਫੌਜ ਥੋੜੀ ਹੈ, ਰਾਜਿਆਂ ਦੀ ਜਿਆਦੀ ਹੈ। ਬਨ ਕਾਤਰ ਚੜ ਗਏ ਤਿਸ ਬੇਰੀ। ਮਹਾਰਾਜ ਕਹਿਣ ਲੱਗੇ, ਡਰਪੋਕ ਬਣ ਕੇ ਸਾਨੂੰ ਛੱਡ ਕੇ ਚਲੇ ਗਏ, ਭੱਜ ਕੇ ਚਲੇ ਗਏ। ਜਾਏ ਗਿਰੇਸ਼ਨ ਸਾਥ ਮਿਲੇ ਹੈ। ਆਖੋ ਸ੍ਰੀ ਵਾਹਿਗੁਰੂ। ਤੇ ਗੁਰੂ ਸਾਹਿਬ ਨੂੰ ਕਿਹੜੀ ਗੱਲ ਦਾ ਨਹੀਂ ਪਤਾ, ਮਹਾਰਾਜ ਨੂੰ ਕਿਹੜੀ ਗੱਲ ਦਾ ਨਹੀਂ ਪਤਾ। ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਵਿੱਚ ਬਚਨ ਕਰਦੇ, ਹੇ ਗੁਰੂ ਕਲਗੀਧਰ ਜੀ, ਇਸ ਸੰਸਾਰ ਉੱਤੇ ਗੁਪਤ ਪ੍ਰਗਟ ਜੋ ਵੀ ਹੋ ਰਿਹਾ ਹੈ ਤੁਹਾਡੀਆਂ ਅੱਖਾਂ ਤੋਂ ਓਹਲੇ ਨਹੀਂ ਹੈਗਾ, ਸਭ ਤੁਹਾਡੇ ਸਾਹਮਣੇ ਪ੍ਰਗਟ ਹੈ। ਐਡੇ ਵੱਡੇ ਨੇ ਗੁਰੂ ਗੋਬਿੰਦ ਸਿੰਘ ਜੀ। ਮਹਾਰਾਜ ਨੇ ਫਿਰ ਲਿਖ ਕੇ ਭੇਜਿਆ। ਮਹਾਰਾਜ ਕਹਿੰਦੇ, ਹੋਰ ਲਿਖੀਏ, ਹੋਰ ਦਸੀਏ ਪੀਰ ਜੀ। ਸਾਨੂੰ ਛੱਡ ਕੇ ਪਹਾੜੀਆਂ ਨਾ ਜਾ ਰਲੇ ਚ ਕਹਿਣ ਲੱਗੇ। ਹਾਂਜੀ। ਅਸ ਨੌਕਰ ਰਖਵਾਏ ਭਲੇ ਹੈ। ਚੰਗੇ ਇਹੋ ਜਿਹੇ ਨੌਕਰ ਰਖਵਾਏ ਚ ਸਾਡੇ ਕੋਲ। ਹਾਂਜੀ। ਭਏ ਮੂੜ ਮਤ ਨਿਮਕ ਹਰਾਮੀ। ਮੂਰਖ ਮਹਾਰਾਜ ਕਹਿਣ ਲੱਗੇ ਨਮਕ ਹਰਾਮੀ ਨਿਕਲੇ ਹਨ। ਨਹੀਂ ਕਾਮ ਆਏ ਨਿਜ ਸੁਆਮੀ। ਆਪਣੇ ਮਾਲਕ ਦੇ ਕੰਮ ਹੀ ਨਹੀਂ ਆਏ, ਤਨਖਾਹ ਲੈਂਦੇ ਰਹੇ ਸਾਡੇ ਤੋਂ। ਬੁੱਧੂ ਸ਼ਾਹ ਪੜਿਓ ਖਤ ਜਬੈ। ਤੇ ਸਾਧ ਸੰਗਤ ਬੁੱਧੂ ਸ਼ਾਹ ਜੀ ਨੂੰ ਤੇ ਖਬਰ ਮਿਲੀ ਵੀ ਬਾਜਾਂ ਵਾਲੇ ਕਲਗੀਧਰ ਜੀ ਨੇ ਚਿੱਠੀ ਭੇਜੀ ਹੈ। ਸਢੌਰੇ ਰਹਿੰਦੇ ਸੀ, ਬੜਾ ਚਾ ਚੜਿਆ। ਅੱਛਾ, ਮੇਰੇ ਸਤਿਗੁਰਾਂ ਨੇ ਚਿੱਠੀ ਭੇਜੀ ਹੈ? ਹਾਂ, ਗੁਰੂ ਸਾਹਿਬ ਨੇ ਚਿੱਠੀ ਭੇਜੀ ਹੈ। ਬੁੱਧੂ ਸ਼ਾਹ ਜੀ ਨੇ ਬੜੇ ਪਿਆਰ ਨਾਲ ਚਿੱਠੀ ਪੜ੍ਹੀ ਸਾਧ ਸੰਗਤ ਜੀ, ਪਰ ਜਦੋਂ ਸਾਰੀ ਚਿੱਠੀ ਪੜ੍ਹੀ ਤੁਨਿਓ ਸੀਸ ਜੁਤ ਚਿੰਤਾ ਤਬੈ। ਤੇ ਸਾਧ ਸੰਗਤ ਚਿੰਤਾ ਵਿੱਚ ਆਪਣੇ ਸਿਰ ਨੂੰ ਹੱਥ ਮਾਰਿਆ। ਓਹੋ, ਕੀ ਮੇਰੇ ਤੋਂ ਗਲਤੀ ਹੋ ਗਈ। ਹਾਂਜੀ। ਮੁਝ ਕੋ ਬੀਚ ਦੀਨ ਮਤ ਮੂੜੇ। ਮੁਝ ਕੋ ਬੀਚ ਦੀਨ ਮਤ ਮੂੜੇ। ਮੂਰਖਾਂ ਨੇ ਮੈਨੂੰ ਜਾਮਨ ਪਾਇਆ ਸੀਗਾ। ਵੇਖੋ, ਮਾੜੇ ਬੰਦੇ ਦੀ ਵਿਚੋਲਗੀ ਵੀ ਨਹੀਂ ਕਰਨੀ ਚਾਹੀਦੀ। ਆਖੋ ਸਤਨਾਮ। ਗਲਤ ਬੰਦੇ ਦੀ ਵਿਚੋਲਗੀ ਕਰਨ ਵਾਲਾ ਪਛਤਾਉਂਦਾ ਹੈ। ਕਹਿੰਦੇ ਨਾ, ਕੋਇਲੇ ਦੀ ਹੱਥ ਦਲਾਲੀ 'ਚ ਹੱਥ ਤੇ ਕਾਲੇ ਹੋ ਹੀ ਜਾਂਦੇ ਆ ਜੀ। ਜਿਹੜਾ ਵੇਚੇਗਾ ਕੋਲਾ, ਉਹ ਕਿਵੇਂ ਕਹੇਗਾ ਵੀ ਮੇਰਾ ਹੱਥ ਬਚੇ ਰਹਿਣ, ਉਹਦੇ ਤੇ ਕਾਲੇ ਹੋਣੇ ਹੀ ਆ ਜੀ। ਕਹਿਣ ਲੱਗੇ, ਓਹੋ, ਮੈਂ ਕਿੰਨਾਂ ਦੀ ਵਿਚੋਲਗੀ ਕਰ ਬੈਠਾ। ਹਾਂਜੀ। ਰਣ ਤੇ ਡਰ ਕਰ ਗਏ ਅਰੂੜੇ। ਮੂਰਖ, ਹੁਣ ਜੰਗ ਦਾ ਸਮਾਂ ਤੇ ਭੱਜ ਗਏ ਸਾਰੇ। ਹਾਂਜੀ। ਉਪਾਲੰਬ ਸਤਿਗੁਰ ਕਹਿ ਸਾਚੋ। ਓਹੋ, ਸੱਚੇ ਸਤਿਗੁਰੂ ਜੀ ਦਾ ਇਹ ਬਚਨ ਲਿਖਣਾ ਵੀ ਸੱਚਾ ਹੈ, ਕਿਉਂਕਿ ਮੈਂ ਗਵਾਹ ਸਾਂ ਉਹਨਾਂ ਦਾ। ਉਹਨਾਂ ਦਾ ਉਲੰਬਾ ਸੱਚਾ ਹੈ। ਜਿਸ ਤੇ ਭਰਿਓ ਤਿਨੋਂ ਸੰਗ ਕਾਚੋ। ਵੀ ਜਿੰਨਾ ਮੈਂ ਤਾਂ ਫਿੱਕਾ ਪੈ ਗਿਆ ਮਹਾਰਾਜ ਅੱਗੇ। ਹੁਣ ਮਹਾਰਾਜ ਮੇਰਾ ਕੀ ਭਰੋਸਾ ਕਰਨਗੇ। ਅਬ ਪੁਰਸ਼ਾਰਥ ਮੈਂ ਨਿਜ ਕਰੋ। ਹਾਂਜੀ। ਤਨ ਮਨ ਦੇ ਗੁਰ ਕਾਰਜ ਕਰੋ। ਵਾਹਿਗੁਰੂ। ਆਖੋ ਸ੍ਰੀ ਵਾਹਿਗੁਰੂ। ਹੁਣ ਉਹ ਪਠਾਨ ਤੇ ਭੱਜ ਗਏ ਆ, ਪਰ ਪੀਰ ਬੁੱਧੂ ਸ਼ਾਹ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ। ਪੀਰ ਬੁੱਧੂ ਸ਼ਾਹ ਜੀ ਨੂੰ ਨਾਮ ਦੀ ਦਾਤ ਦਿੱਤੀ ਸੀ ਮਹਾਰਾਜ ਨੇ, ਜਿਹੜੀ ਅੱਜ ਤੱਕ ਨਹੀਂ ਸੀ ਮਿਲੀ ਜੀ। ਚੇਲੇ ਸੀਗੇ ਉਹਨਾਂ ਦੇ,
ਉਸੇ ਵੇਲੇ ਫੁਰਨਾ ਬਣਾਇਆ, ਮਨਾ ਹੁਣ ਮੈਂ ਆਪ ਜਾਵਾਂਗਾ, ਤਨ ਮਨ ਲਾ ਕੇ ਗੁਰੂ ਜੀ ਦੇ ਕਾਰਜ ਵਿੱਚ ਸਤਿਗੁਰੂ ਜੀ ਦੀ ਸੇਵਾ ਕਰਾਂਗਾ। ਚੇਤਾ ਰੱਖਿਓ, ਚੰਗੇ ਬੰਦੇ ਉੱਤੇ ਰੱਬ ਦੀ ਮਿਹਰ ਹੁੰਦੀ ਹੈ, ਉਹਦੇ ਅੰਦਰ ਹਮੇਸ਼ਾ ਚੰਗੀ ਸੋਚ ਬਣਦੀ ਰਹਿੰਦੀ ਹੈ। ਪਰ ਮਾੜਾ ਬੰਦਾ ਰੱਬ ਵੱਲੋਂ ਧੱਕਿਆ ਹੁੰਦਾ ਹੈ, ਉਹਦੇ ਅੰਦਰ ਸਦਾ ਮਾੜੀ ਸੋਚ ਹੀ ਬਣਦੀ ਹੈ ਜੀ। ਚੰਗੇ ਉੱਤੇ ਰੱਬ ਦੀ ਮਿਹਰ ਹੁੰਦੀ, ਉਹ ਸੋਚਦਾ ਹੀ ਚੰਗਾ ਜੀ। ਹਾਂਜੀ। ਚਾਹਤ ਪ੍ਰਭੂ ਟਿਗ ਆਪਣ ਰਸੀਦ, ਹਾਂਜੀ। ਕਰੇ ਸਕੇਲਨ ਸਕਲ ਮੁਰੀਦ, ਭਏ ਸਾਤ ਸਹਿ ਗਿਣਤੀ ਮਾਹੇ, ਰਣ ਕਰਬੇ ਕੀ ਧਰਤੁ ਮਾਹੇ। ਬਸ ਫਿਰ ਆਖਿਆ, ਹੁਣ ਮੈਂ ਸਤਿਗੁਰੂ ਜੀ ਦੇ ਕੋਲ ਜਾਣਾ, ਆਪਣੇ ਆਪ ਨੂੰ ਗੁਰੂ ਜੀ ਦੇ ਰਸੀਦ ਕਰਾ ਦੇਣਾ, ਭਾਵ ਆਪਣੇ ਆਪ ਨੂੰ ਗੁਰੂ ਜੀ ਦੇ ਚਰਨਾਂ 'ਚ ਵੇਚ ਦੇਣਾ। ਹੁਣ ਮੈਂ ਕੱਲਾ ਮੈਂ ਹੀ ਨਹੀਂ, ਸਾਰੇ ਮੁਰੀਦ ਇਕੱਠੇ ਕੀਤੇ, ਆਪਣੇ ਚੇਲੇ ਇਕੱਠੇ ਕੀਤੇ। ਡੇਰਾ ਸੀ ਤਗੜਾ, ਤੇ 700 ਚੇਲਾ ਨਾਲ ਇਕੱਠਾ ਹੋ ਗਿਆ ਜੀ। ਤੇ ਮਨ ਵਿੱਚ ਵੱਡਾ ਯੁੱਧ ਕਰਨ ਦਾ ਚਾਅ ਪੈਦਾ ਹੋਇਆ। ਚਾਰ ਪੁੱਤਰ ਆਪਣੇ ਸੰਗ ਲੀਨੇ, ਹਾਂਜੀ। ਸਾਵਧਾਨ ਸ਼ਸਤਰਨ ਜੁੱਤ ਕੀਨੇ। ਗੁਰਮੁਖੋ, ਇਹਦੇ 4 ਪੁੱਤ ਸੀਗੇ ਪੀਰ ਬੁੱਧੂ ਸ਼ਾਹ ਜੀ ਦੇ ਜੀ। ਆਪਣੇ ਚਾਰੇ ਪੁੱਤਰਾਂ ਨੂੰ ਨਾਲ ਲਿਆ, ਉਹਨਾਂ ਨੂੰ ਕਿਹਾ ਸ਼ਸਤਰ ਸਜਾਵੋ, ਹੁਣ ਸਾਵਧਾਨ ਹੋਵੋ। ਸ਼ਹਿਰ ਸਢੋਰੇ ਤੇ ਚੱਲ ਪਰਿਓ। ਤੇ ਸਾਧ ਸੰਗਤ ਜੀ, 4 ਪੁੱਤ 700 ਚੇਲੇ ਲੈ ਕੇ ਪੀਰ ਬੁੱਧੂ ਸ਼ਾਹ ਜੀ ਸਢੌਰੇ ਤੋਂ ਤੁਰ ਪਏ। ਸਾਧ ਸੰਗਤ ਜੀ, ਹਾਂਜੀ। ਪ੍ਰੇਮ ਗੁਰੂ ਦਰਸ਼ਨ ਕੋ ਧਰਿਓ। ਤੇ ਮਨ ਵਿੱਚ ਪ੍ਰੇਮ ਹੈ ਵੀ ਮੈਂ ਮਹਾਰਾਜ ਦੇ ਜਾ ਕੇ ਦਰਸ਼ਨ ਕਰਾਂ ਤੇ ਆਪਣੀ ਭੁੱਲ ਬਖਸ਼ਾਵਾਂ। ਪਰਿਓ ਪੰਥ ਮੈਂ ਘਾਲਿਓ ਡੇਰਾ। ਰਾਹ ਵਿੱਚ ਹਨੇਰਾ ਹੋ ਗਿਆ ਜੀ, ਇੱਕ ਥਾਂ ਪੜਾ ਕੀਤਾ। ਦੇ ਉਤਸ਼ਾਹ ਮੁਰੀਦਨ ਹੀਰਾ। ਤੇ ਸਾਧ ਸੰਗਤ ਜੀ ਆਪਣੇ ਚੇਲਿਆਂ ਨੂੰ ਉਤਸ਼ਾਹ ਦਿੰਦੇ ਰਹੇ, ਉਹ ਭਾਈ ਮਰਨਾ ਤੇ ਹੈ ਹੀ ਹੈ, ਅੱਜ ਗੁਰੂ ਲੇਖੇ ਮਰਾਂਗੇ, ਲੋਕ ਪਰਲੋਕ ਵਿੱਚ ਭਲਾ ਹੋਵੇਗਾ। ਆਪਣੇ ਚੇਲਿਆਂ ਨੂੰ ਸਿੱਖਿਆ ਦਿੱਤੀ ਜੀ। ਹਿਤ ਪਠਾਨ ਤੀਨੋਂ ਸਿਰਦਾਰ, ਚੜ ਕਰ ਗਏ ਬਿਲੰਦ ਗਵਾਰ। ਉਧਰ ਉਹ ਤਿੰਨੋਂ ਪਠਾਨ ਸਰਦਾਰ ਜਿਹੜੇ ਸੀ, ਉਹ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਨਿਕਲ ਗਏ। ਕਾਲੇ ਖਾਂ ਨਿਜ ਥਲ ਟਿਕ ਰਹਿਓ। ਹਾਂਜੀ। ਨਮਕ ਹਲਾਲ ਬਨੋ ਚਿਤ ਚਾਹਿਓ। ਪਰ ਸਾਰੇ ਪਠਾਣਾਂ ਨੂੰ ਮਾੜੇ ਨਹੀਂ ਕਹਿਣਾ ਚਾਹੀਦਾ। 4 ਮੁੱਖ ਸਰਦਾਰ ਸੀ, 3 ਚਲੇ ਗਏ ਆ। ਕਾਲੇ ਖਾਂ ਪਾਉਂਟਾ ਸਾਹਿਬ ਹੀ ਰਿਹਾ ਜੀ, ਕਾਲੇ ਖਾਂ ਨਹੀਂ ਗਿਆ ਜੀ। ਉਹਦੇ ਨਾਲ 2-4 ਸਾਥੀ ਜਿਹੜੇ ਸੀ, ਉਹਨਾਂ ਨੂੰ ਨਾਲ ਰੱਖਿਆ। ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਦਾ ਲੂਣ ਖਾਧਾ, ਲੂਣ ਖਾ ਕੇ ਹਰਾਮ ਨਹੀਂ ਕਰਾਂਗੇ। ਆਖੋ ਸ੍ਰੀ। ਬੜੀ ਵੱਡੀ ਸਿੱਖਿਆ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭੂਮੀਏ ਚੋਰ ਨੂੰ ਕੀ ਕਿਹਾ ਸੀ, ਵੀ ਜਿਹਦਾ ਨਮਕ ਖਾਧਾ ਹੋਵੇ ਉਹਨੂੰ ਹਲਾਲ ਕਰਨਾ ਹੈ, ਹਰਾਮ ਨਹੀਂ ਕਰਨਾ, ਖਾ ਕੇ ਹਰਾਮ ਨਹੀਂ ਕਰਨਾ। ਉਹਨੇ ਕਿਹਾ, ਕਾਲੇ ਖਾਂ ਨੇ, ਕਹਿੰਦਾ ਗੁਰੂ ਸਾਹਿਬ ਦਾ ਲੂਣ ਖਾਧਾ ਹੈ, ਹਰਾਮ ਨਹੀਂ ਕਰਨਾ। ਹਾਂਜੀ। ਪ੍ਰਭ ਟਿਗ ਸੁਧ ਪਹੁੰਚੀ ਤਿਸ ਕਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ, ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਵੀ ਖਬਰ ਪਹੁੰਚ ਗਈ ਗਏ ਖਾਨ ਤਰ ਤਰਾਸ ਵਿਸ਼ਾਲ। ਕਿ ਮਹਾਰਾਜ ਪਠਾਨ ਡਰਦੇ ਮਾਰੇ ਵਾਕੇ ਹੀ ਭੱਜ ਗਏ ਹਨ। ਤ੍ਰੈ ਸਰਦਾਰ ਬੇਮੁਖ ਹੋਏ ਭਾਗੇ। 3 ਸਰਦਾਰ ਬੇਮੁਖ ਹੋ ਕੇ ਭੱਜੇ ਹਨ। ਇੱਕ ਬੈਠਿਓ ਨਹਿ ਧੀਰਜ ਤਿਆਗੇ। ਪਰ ਮਹਾਰਾਜ ਉਹਨਾਂ ਵਿੱਚੋਂ ਚੌਥਾ ਹਾਲੇ ਵੀ ਬੈਠਾ ਹੈ, ਗਿਆ ਨਹੀਂ। ਮਹਾਰਾਜ ਉਹਨੇ ਧੀਰਜ ਰੱਖਿਆ, ਉਹਨੇ ਹੌਸਲਾ ਰੱਖਿਆ ਹੈ। ਜੀਨ ਤੋਂ ਰੰਗਨ ਪਰ ਨਹਿ ਡਾਲੇ। ਮਹਾਰਾਜ ਉਹਨੇ ਘੋੜੇ ਤੇ ਕਾਠੀ ਨਹੀਂ ਪਾਈ ਜਾਣ ਵਾਸਤੇ, ਚੜਨ ਹੇਤ ਨਹਿ ਸ਼ਸਤਰ ਸੰਭਾਲੇ। ਨਾ ਹੀ ਉਹਨੇ ਆਪਣੇ ਸ਼ਸਤਰ ਸਾਂਭੇ ਹਨ। ਸੁਣ ਕਲਗੀ ਤਰ ਦਾਸ ਪਠਾਇਓ। ਮਹਾਰਾਜ ਕਹਿਣ ਲੱਗੇ, ਅੱਛਾ ਇੱਕ ਨਹੀਂ ਕਿਹਾ? ਮਹਾਰਾਜ ਨਹੀਂ। ਮਹਾਰਾਜ ਨੇ ਉਸੇ ਵੇਲੇ ਸਿੱਖ ਭੇਜਿਆ, ਬੂਝੋ ਤੂੰ ਕਿਉਂ ਨਹੀਂ ਪਲਾਇਓ। ਜਾਓ ਉਹਨੂੰ ਪੁੱਛੋ ਤੂੰ ਕਿਉਂ ਨਹੀਂ ਗਿਆ ਭਾਈ। ਹਾਂਜੀ। ਨਿਜ ਸੰਗਨ ਤੇ ਹੋਏ ਬਹੀਨ। ਵੀ ਤੂੰ ਆਪਣੇ ਸਾਥੀਆਂ ਤੋਂ ਇਕੱਲਾ ਹੀ ਰਹਿ ਗਿਆ,
ਬੈਠ ਰਹਿਓ ਕਿਆ ਮਨ ਮਹਿ ਚੀਨ। ਤੂੰ ਭਾਈ ਆਪਣੇ ਮਨ ਵਿੱਚ ਕੀ ਸੋਚਿਆ? ਤੂੰ ਵੀ ਨਾਲ ਚਲੇ ਜਾਂਦਾ। ਜਾਏ ਸਿੱਖ ਨੇ ਭੂਜਨ ਕਰਿਓ। ਤੇ ਗੁਰੂ ਕਾ ਸਿੱਖ ਕਾਲੇ ਖਾਂ ਦੇ ਕੋਲ ਗਿਆ। ਕਾਲੇ ਖਾਂ, ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਤੂੰ ਕਿਉਂ ਨਹੀਂ ਗਿਆ? ਤੂੰ ਵੀ ਨਾਲ ਜਾਂਦਾ, ਇੱਥੇ ਇਕੱਲਾ ਰਹਿ ਗਿਆ। ਕਾਲੇ ਖਾਂ ਬਿਰਤੰਤ ਉਚਰਿਓ। ਕਾਲੇ ਖਾਂ ਹੱਥ ਜੋੜ ਕੇ ਗੁਰੂ ਕੇ ਸਿੱਖ ਨੂੰ ਕਹਿਣ ਲੱਗਾ, ਮੈਂ ਨਹਿ ਬਨ ਹੋ ਨਿਮਕ ਹਰਾਮੀ। ਕਹਿਣ ਲੱਗਾ ਭਾਈ ਮੈਂ ਲੂਣ ਹਰਾਮੀ ਨਹੀਂ ਬਣਨਾ। ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਦਾ ਲੂਣ ਖਾਤਾ ਕਹਿੰਦਾ, ਮੈਂ ਲੂਣ ਹਰਾਮੀ ਨਹੀਂ ਬਣਨਾ। ਆਵੋ ਨਿਜ ਸੁਆਮੀ ਕੇ ਕਾਮੀ। ਮੈਂ ਆਪਣੇ ਮਾਲਕ ਦੇ ਕੰਮ ਆਵਾਂਗਾ। ਮੈਂ ਮਹਾਰਾਜ ਕੋ ਮਾਇਆ ਲੈਣਾ ਰੋਜ਼। ਹਾਂਜੀ, ਸੋ ਅਸਵਾਰ ਸੰਗ ਹੈ ਮੇਰੇ। ਮੈਂ ਇਕੱਲਾ ਨਹੀਂ ਆ, 100 ਬੰਦਾ ਸੀ ਵਾਹਿਗੁਰੂ ਉਹਦੇ ਨਾਲ, 1 2 ਨਹੀਂ 100 ਬੰਦਾ ਜੀ। ਹਾਂਜੀ, ਪਰੇ ਜੰਗ ਦੇ ਪ੍ਰਾਣ ਅਗੇਰੇ। ਜਦੋਂ ਯੁੱਧ ਮਚੇਗਾ ਸਤਿਗੁਰੂ ਜੀ ਨੂੰ ਕਿਹੋ ਮੇਰੀ ਜ਼ਿੰਮੇਵਾਰੀ ਲਾਉਣ, ਮੈਂ ਸਭ ਤੋਂ ਅੱਗੇ ਹੋ ਕੇ ਆਪਣੇ ਪ੍ਰਾਣ ਦੇਵਾਂਗਾ, ਸਭ ਤੋਂ ਅੱਗੇ ਹੋ ਕੇ ਲੜਾਂਗਾ। ਹਾਂਜੀ, ਲੜ ਕਰ ਮਰ ਕਰ ਪਿਸਤ ਸਿਧਾਵੇ। ਕਿਉਂ ਨਾ ਲੜਾਂ, ਲੜ ਕੇ ਮਰ ਹੀ ਜਾਵਾਂਗਾ ਨਾ। ਪਰ ਜੇ ਮੈਂ ਮਰ ਵੀ ਗਿਆ ਕਹਿੰਦਾ ਬਹਿਸ਼ਤਾਂ ਨੂੰ ਜਾਵਾਂਗਾ, ਕਿਉਂਕਿ ਉਹ ਮੁਸਲਮਾਨ ਨੇ, ਪਠਾਨ। ਅਸੀਂ ਸਵਰਗ ਕਹਿੰਦੇ, ਕੋਈ ਸਵਰਗ ਕਹਿੰਦਾ, ਕੋਈ ਅਸੀਂ ਸੱਚਖੰਡ ਕਹਿੰਦੇ ਆ, ਉਹ ਸਾਧ ਸੰਗਤ ਬਹਿਸ਼ਤ ਕਹਿੰਦੇ ਆ। ਹਾਂਜੀ, ਜੀਵਤ ਜੈ ਗੁਰ ਤੇ ਤਨ ਪਾਵੈ। ਹਾਂਜੀ, ਪ੍ਰਭ ਕੋ ਕਰ ਹੈ ਨਮਕ ਹਲਾਲ। ਹਾਂਜੀ। ਦੀਨ ਦੁਨੀ ਸੁਧਰਾਏ ਵਿਸਾਲ। ਨਾਲੇ ਕਹਿਣ ਲੱਗਾ ਗੁਰੂ ਸਾਹਿਬ ਦਾ ਨਮਕ ਖਾ ਕੇ ਹਲਾਲ ਕਰਾਂਗੇ, ਦੀਨ ਤੇ ਦੁਨੀਆ ਦੋਵਾਂ ਵਿੱਚ ਮੇਰਾ ਭਲਾ ਹੋਵੇਗਾ। ਚੰਗੀ ਮੱਤ ਵੀ ਹੈਗੀ ਸੀ। ਸਾਰੇ ਮਾੜੇ ਨਹੀਂ ਹੁੰਦੇ ਸਾਧ ਸੰਗਤ ਜੀ, ਚੰਗੇ ਵੀ ਹੁੰਦੇ ਆ। ਆਪਾਂ ਕਬੱਡੀਆਂ ਸਾਰਿਆਂ ਨੂੰ ਹੀ ਮਾੜਾ ਕਹਿ ਦਿੰਦੇ ਹਾਂ। ਬਹੁਤ ਸਾਰੇ ਲੋਕ ਕਹਿੰਦੇ ਆ ਨਹੀਂ, ਵਿੱਚ ਚੰਗੇ ਵੀ ਹੁੰਦੇ ਹਨ। ਹਾਂਜੀ, ਸੁਣ ਕਰ ਗਇਓ ਕਹੀ ਸਭ ਬਾਤ। ਉਹ ਸਿੱਖ ਸੁਣ ਕੇ ਬੜਾ ਖੁਸ਼ ਹੋਇਆ ਵੀ ਇਹ ਤੇ ਬੜਾ ਵਧੀਆ ਬੰਦਾ ਹੈ। ਮਹਾਰਾਜ ਆਪਣੇ ਆਸਣ ਤੇ ਬੈਠੇ, ਉਹਨੇ ਜਾ ਕੇ ਸਤਿਗੁਰੂ ਜੀ ਨੂੰ ਸਾਰੀ ਗੱਲ ਦੱਸੀ। ਬੋਲਿਓ ਆਨੰਦ ਚੰਦ ਬਖਿਆਤ। ਹਾਂਜੀ, ਅਬ ਵਿਸ਼ਵਾਸ ਤੁਰਕਨ ਕੋ ਨਾਹੀ। ਹਾਂਜੀ। ਕਰੈ ਦਗਾਰਹਿ ਕਰ ਹਮ ਪਾਹੀ। ਜਦੋਂ ਉਹਨੇ ਮਹਾਰਾਜ ਨੂੰ ਸਾਰੀ ਗੱਲ ਦੱਸੀ ਨਾ, ਮਹਾਰਾਜ ਉਹ ਕਹਿੰਦਾ ਮੈਂ ਨਹੀਂ ਜਾਣਾ, ਮੈਂ ਨਮਕ ਹਲਾਲ ਕਰਾਂਗਾ, ਹਰਾਮ ਨਹੀਂ ਕਰਾਂਗਾ, ਸਭ ਤੋਂ ਅੱਗੇ ਹੋ ਕੇ ਮਰਾਂਗਾ। ਤੇ ਸਾਧ ਸੰਗਤ ਮਹਾਰਾਜ ਦੇ ਲਾਗੇ ਭਾਈ ਆਨੰਦ ਚੰਦ ਬੈਠੇ ਸੀ। ਆਨੰਦ ਚੰਦ ਕਹਿਣ ਲੱਗਾ, ਨਾ ਮਹਾਰਾਜ, ਇਹਨਾਂ ਤੁਰਕਾਂ ਦਾ ਹੁਣ ਭਰੋਸਾ ਨਹੀਂ ਕਰਨਾ, ਕਿਸੇ ਵੇਲੇ ਵੀ ਧੋਖਾ ਦੇ ਸਕਦੇ ਆ। ਹਾਂਜੀ ਪ੍ਰਭੂ ਜੀ। ਪ੍ਰਭ ਜੀ ਕਿਸੋ ਨਾ ਰਾਖਣ ਕਰੀਏ। ਮਹਾਰਾਜ ਹੁਣ ਕਿਸੇ ਨੂੰ ਨਾ ਰੱਖੋ ਇਹਨਾਂ ਵਿੱਚੋਂ। ਤਿਨ ਕੋ ਈਹੇ ਭਰਾਤ ਵਿਚਰੀਐ। ਮਹਾਰਾਜ ਭਰਾ ਤੇ ਉਹਨਾਂ ਦਾ ਹੀ ਹੈ ਨਾ। ਆਖੋ ਵਾਹਿਗੁਰੂ। ਪਰ ਇਹ ਆਨੰਦ ਚੰਦ ਜੀ ਦੀ ਮੱਤ 'ਚ ਗੁਰੂ ਸਾਹਿਬ ਦੀ ਮੱਤ ਨਹੀਂ ਹੈਗੀ। ਹਾਂਜੀ, ਤਬ ਸਤਿਗੁਰ ਸਿੱਖ ਕੋ ਸਮਝਾਇਓ। ਆਖੋ ਸ੍ਰੀ ਵਾਹਿਗੁਰੂ। ਹਾਂਜੀ, ਹੇਤ ਚੜਾਵਣ ਤੁਰਤ ਪਠਾਇਓ। ਹਾਂਜੀ, ਜਾਏ ਤੁਰਤ ਇਹ ਸਾਥ ਬਖਾਨੀ। ਸੁਨੋ ਖਾਨ ਪਾਖੀ ਗੁਰਬਾਨੀ। ਮਹਾਰਾਜ ਕਹਿਣ ਲੱਗੇ ਤੇਰੀ ਗੱਲ ਮੰਨ ਕੇ ਵੇਖ ਲੈਨੇ ਆ। ਸੱਚੇ ਪਾਤਸ਼ਾਹ ਇੱਕ ਸਿੱਖ ਭੇਜਿਆ, ਸਿੱਖ ਨੂੰ ਸਮਝਾ ਕੇ ਭੇਜਿਆ। ਉਹ ਸਿੱਖ ਨੇ ਗੁਰੂ ਸਾਹਿਬ ਜੀ ਦੇ ਬਚਨ ਕਾਲੇ ਖਾਨ ਨੂੰ ਸੁਣਾਏ। ਜਥਾ ਕੂੰਜ ਵਿਛਰੈ ਨਿਜ ਡਾਰ। ਬਿਲਪਤ ਹੈ ਆਨੰਦ ਕੋ ਡਾਰ। ਮਹਾਰਾਜ ਕਹਿਣ ਲੱਗੇ ਇੱਕ ਕੂੰਜ ਆਪਣੀ ਡਾਰ ਤੋਂ ਵਿਛੜ ਜਾਵੇ, ਉਹ ਰੋਂਦੀ ਰਹਿੰਦੀ ਹੈ ਜੀ। ਉਹ ਵਿਰਲਾਪ ਕਰਦੀ। ਕੂੰਜਾਂ ਦੀਆਂ ਡਾਰਾਂ ਹੁੰਦੀਆਂ ਨੇ ਨਾ ਜੀ, ਇੱਕ ਵੀ ਵਿਛੜ ਜਾਵੇ, ਜਿਹੜੀ ਵਿਛੜਦੀ ਉਹ ਰੋਂਦੀ ਹੈ। ਹਾਂਜੀ, ਰਹਿਤ ਰਹਿਤ ਜਬ ਕਬ ਤਹ ਮਿਲੇ। ਹਾਂਜੀ। ਬਿਨਾ ਮਿਲੇ ਨਹਿ ਭਾਵਤ ਭਲੇ। ਫਿਰ ਉਹ ਉਹਨਾਂ ਚਿਰ ਤੜਪਦੀ ਰਹਿੰਦੀ ਜਿੰਨਾ ਚਿਰ ਤੱਕ ਆਪਣੀ ਡਾਰ ਨਾਲ ਨਹੀਂ ਮਿਲਦੀ। ਅਖੀਰ ਜਿੰਨਾ ਚਿਰ ਤੱਕ ਉਹ ਆਪਣੀ ਡਾਰ ਨਾਲ ਨਹੀਂ ਰਲਦੀ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਹਾਂਜੀ, ਤਿਮਹੀ ਆਪਣੀ ਦਸ਼ਾ ਨਿਹਾਰੋ। ਇਸ ਕਰਕੇ ਭਾਈ ਤੂੰ ਵੀ ਆਪਣੀ ਦਸ਼ਾ ਉਹ ਸਮਝ, ਤੇਰੀ ਤੇ ਡਾਰ ਲੰਘ ਗਈ ਸਾਰੀ। ਤੋਰਨ ਮਿਲ ਬੇਹੇਤ ਸਿਧਾਰੋ। ਜਾ ਉਹਨਾਂ ਨਾਲ ਮਿਲ ਪਾ ਤੂੰ ਵੀ। ਹਾਂਜੀ, ਨਿਕਟ ਨ ਤੁਮ ਕੋ ਰਾਖੈ ਅਬੈ। ਭਾਈ ਹੁਣ ਤੈਨੂੰ ਅਸੀਂ ਕਿਵੇਂ ਆਪਣੇ ਕੋਲ ਰੱਖੀਏ? ਤੇਰੇ ਸਾਥੀ ਤੇ ਚਲੇ ਗਏ ਸਾਰੇ।
ਪਰੇ ਕਾਮ ਤੇ ਗੀਦੀ ਸਬੈ। ਵੇ ਸਾਰੇ ਤਾਂ ਕਾਇਰ ਬਣ ਗਏ ਆ, ਭੱਜ ਗਏ ਆ। ਹਾਂਜੀ, ਹਾਨ ਲਾਭ ਨਿਜ ਸੰਗਨ ਸੰਗ, ਕਿਉਂ ਅਬ ਬੈਠੇ ਜਾਓ ਨਿਸੰਗ। ਜਾ ਭਾਈ, ਲਾਭ ਨੁਕਸਾਨ ਆਪਣੇ ਸਾਥੀਆਂ ਨਾਲ ਹੀ ਵਰਤੀਦਾ ਹੈ। ਜਾ ਆਪਣੇ ਸਾਥੀਆਂ ਵਿੱਚ। ਹਾਂਜੀ, ਸੁਨ ਕਾ ਲੇਖਾਂ ਬਹੁਰ ਬਖਾਨਾ। ਆਖੋ ਸ੍ਰੀ ਵਾਹਿਗੁਰੂ। ਭਾਈ ਸਾਹਿਬ ਲਿਖਦੇ, ਕਾਲੇ ਖਾਂ ਨੂੰ ਦੂਜੀ ਵਾਰੀ ਕਿਹਾ ਗਿਆ। ਕਾਲੇ ਖਾਂ ਕਹਿਣ ਲੱਗਾ, ਸੁਨ ਕਾਲੇ ਖਾਂ ਬਹੁਰ ਬਖਾਨਾ। ਮਹਾਰਾਜ ਨੂੰ ਕਹਿਣ ਲੱਗਾ, ਗੁਰ ਕੋ ਲਵਣ ਖਾਨ ਕਰ ਖਾਨਾ। ਸਤਿਗੁਰੂ ਜੀ ਦੇ ਸਿੱਖ ਨੂੰ ਕਹਿਣ ਲੱਗਾ, ਪਿਆਰਿਆ ਮੈਂ ਗੁਰੂ ਦਾ ਲੂਣ ਖਾਦਾ, ਕਹਿੰਦਾ ਨਮਕ ਖਾਦਾ ਹੈ। ਪਰੇ ਜੰਗ ਕੇ ਜਾਓ ਨਾ ਕੈਸੇ। ਜੰਗ ਪੈਣ ਤੇ ਹੁਣ ਮੈਂ ਕਿਵੇਂ ਜਾਵਾਂ? ਹੁਣ ਹੀ ਤੇ ਕੰਮ ਪਿਆ ਮੇਰੇ ਨਾਲ। ਮੈਂ ਨਾ ਬਨੋ ਤਿਨ ਹੂੰ ਖਲ ਜੈਸੇ। ਮਹਾਰਾਜ ਨੂੰ ਬੇਨਤੀ ਕਰ, ਮੈਂ ਉਹਨਾਂ ਮੂਰਖਾਂ ਵਰਗਾ ਨਹੀਂ ਬਣਾਂਗਾ। ਦੇ ਨਾ ਦੇਹ ਗੁਰੂ ਧਨ ਆਗੇ। ਭਾਵੇਂ ਮਹਾਰਾਜ ਮੈਨੂੰ ਮਾਇਆ ਦੇਣ ਨਾ ਦੇਣ, ਬੇਸ਼ੱਕ ਅੱਜ ਤੋਂ ਮਾਇਆ ਨਾ ਦੇਣ ਮੈਨੂੰ, ਪਾਇਓ ਪ੍ਰਥਮ ਸਿਮਰਨ ਹੈ ਭਾਗੇ। ਪਰ ਪਹਿਲਾਂ ਤੇ ਮਾਇਆ ਦਿੱਤੀ ਹੈ ਨਾ। ਪਹਿਲੀ ਮਾਇਆ ਹੀ ਵਰਤ ਵਰਤ ਕੇ ਚੇਤਾ ਰੱਖ ਕੇ ਮੈਂ ਭੱਜਾਂਗਾ ਨਹੀਂ। ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਚੰਗੇ ਬੰਦੇ, ਨੇਕ ਪੁਰਸ਼, ਚੰਗਿਆਈ ਚੇਤਾ ਰੱਖ ਰਹੇ ਹੈ ਵੀ ਮਹਾਰਾਜ ਨੇ ਮੇਰੇ ਨਾਲ ਚੰਗਿਆਈ ਬੜੀ ਕੀਤੀ ਹੈ। ਹਾਂਜੀ, ਇਮ ਕਹਿ ਰਹੇ ਹੋ ਸਥਿਰ ਤੈ ਹੋਏ। ਕਹਿਣ ਲੱਗਾ, ਮੈਂ ਨਹੀਂ ਜਾਣਾ, ਮੈਂ ਇੱਥੇ ਹੀ ਬੈਠਣਾ ਹੈ। ਸੁਣੀ ਬਾਰਤਾ ਸਤਿਗੁਰ ਸੋਏ। ਸਾਧ ਸੰਗਤ ਜੀ, ਸਿੱਖ ਨੇ ਜਾ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਕਾਲੇ ਖਾਂ ਨਹੀਂ ਤੇ ਜਾਂਦਾ। ਕਾਲੇ ਖਾਂ ਕਹਿੰਦਾ, ਮੈਂ ਇੱਥੇ ਹੀ ਰਹਿਣਾ, ਪਾਉਂਟਾ ਸਾਹਿਬ ਰਹਿਣਾ, ਲੜਾਂਗਾ ਭਾਵੇਂ ਮੈਨੂੰ ਮਾਇਆ ਨਾ ਦਿਓ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਹੋਏ ਪ੍ਰਸੰਨ ਤੇ ਨਿਕਟ ਹਕਾਰਾ। ਹੋਏ ਪ੍ਰਸੰਨ ਤੇ ਨਿਕਟ ਹਕਾਰਾ। ਆਖੋ ਸ੍ਰੀ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਖੁਸ਼ ਹੋਏ ਜੀ। ਵਾਹ ਵਾਹ ਵਾਹ। ਕਿਉਂ ਨਹੀਂ ਖੁਸ਼ ਹੋਣਗੇ ਮਹਾਰਾਜ? ਭਾਵਨਾ ਹੀ ਤੇ ਮਹਾਰਾਜ ਵੇਖਦੇ ਆ, ਪਿਆਰ ਕਿੰਨਾ ਹੈ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਜੀ, ਤੇ ਖੁਸ਼ ਹੋ ਕੇ ਸਿੱਖ ਨੂੰ ਕਹਿਣ ਲੱਗੇ, ਜਾਓ ਕਾਲੇ ਖਾਂ ਨੂੰ ਸਾਡੇ ਪਾਸ ਲੈ ਕੇ ਆਓ। ਤੇ ਨਿਕਟ ਹਕਾਰਾ। ਸਾਧ ਸੰਗਤ ਜੀ, ਕਾਲੇ ਖਾਂ ਬੜੀ ਨਿਮਰਤਾ ਨਾਲ ਆਇਆ। ਸਾਧ ਸਾਧ ਕਹਿ ਬਹੁਤ ਸਤਿਕਾਰਾ। ਤੇ ਗਰੀਬ ਨਵਾਜ ਜੀ ਨੇ ਬਚਨ ਕੀਤਾ, ਕਾਲੇ ਖਾਂ ਸ਼ਾਬਾਸ਼ ਸ਼ਾਬਾਸ਼। ਇਸ ਤਰ੍ਹਾਂ ਬਚਨ ਕਰਕੇ ਸਤਿਗੁਰੂ ਜੀ ਨੇ ਆਪਣੇ ਲਾਗੇ ਬਿਠਾਇਆ ਕਾਲੇ ਖਾਂ ਨੂੰ ਜੀ, ਸਤਿਕਾਰ ਕੀਤਾ। ਕੰਚਨ ਕੇ ਕੰਕਨ ਤਿਸ ਕਾਲਾ, ਕਰੇ ਦੇਨ ਇੱਕ ਸੰਗ ਦੁਸ਼ਾਲਾ। ਤੇ ਉਸੇ ਸਮੇਂ ਸੋਨੇ ਦੇ ਕੰਚਨ ਕੇ ਕੰਕਨ ਤਿਸ ਕਾਲਾ, ਸੋਨੇ ਦੇ ਕੰਗਣ ਦਿੱਤੇ ਜੀ ਉਹਨੂੰ ਜੀ। ਤੇ ਕਰੇ ਦੇਨ ਇੱਕ ਸੰਗ ਦੁਸ਼ਾਲਾ, ਮਹਾਰਾਜ ਨੇ ਨਾਲ ਉਹਨੂੰ ਸਰੋਪਾ ਦਿੱਤਾ। ਕਹਿਓ ਬਾਹੁਰ ਸੁਨ ਵੀਰ ਪਠਾਨ। ਮਹਾਰਾਜ ਨੇ ਫਿਰ ਬਚਨ ਕੀਤਾ। ਸਤਿਗੁਰੂ ਕਹਿਣ ਲੱਗੇ, ਜੋਧਿਆ ਬਹਾਦਰ ਪਠਾਨ, ਸਾਡਾ ਬਚਨ ਸੁਣ। ਤੋ ਪਰ ਅਹੈ ਪ੍ਰਸੰਨ ਮਹਾਨ। ਤੇਰੇ ਤੇ ਅਸੀਂ ਬੜੇ ਖੁਸ਼ ਹਾਂ। ਮਹਾਰਾਜ ਕਹਿਣ ਲੱਗੇ, ਭਾਗਾਂ ਵਾਲੇ ਉਹ ਜੀਵ ਹੁੰਦੇ ਜਿਨ੍ਹਾਂ ਤੇ ਬਾਜਾਂ ਵਾਲੇ ਖੁਸ਼ ਹੁੰਦੇ ਨੇ। ਆਖੋ ਸ੍ਰੀ ਤੇਰੇ ਤੇ ਬੜੇ ਖੁਸ਼ ਹਾਂ ਅਸੀਂ। ਕਹਿਣ ਲੱਗੇ, ਹਾਂਜੀ। ਨਮਕ ਹਲਾਲ ਪਇਓ ਅਬ ਤੇਰਾ। ਤੇਰਾ ਨਮਕ ਹਲਾਲ ਹੋ ਗਿਆ, ਜਿੰਨਾ ਤੂੰ ਖਾਦਾ ਪ੍ਰਵਾਨ ਹੈ। ਮਹਾਰਾਜ ਕਹਿਣ ਲੱਗੇ, ਤੇਰੀ ਬਹਾਦਰੀ ਪ੍ਰਵਾਨ ਹੈ। ਜਿਸ ਤੇ ਚਾਹਿਓ ਜੰਗ ਵਡੇਰਾ। ਤੂੰ ਯੁੱਧ ਕਰਨਾ ਚਾਹੁੰਦਾ। ਮਹਾਰਾਜ ਕਹਿਣ ਲੱਗੇ, ਤੂੰ ਯੁੱਧ ਕਰਨਾ ਚਾਹੁੰਦਾ, ਪਰ ਮਹਾਰਾਜ ਕਹਿਣ ਲੱਗੇ, ਤੇਰੀ ਭਾਵਨਾ ਪ੍ਰਵਾਨ ਹੈ। ਹਾਂਜੀ। ਹਮਨੇ ਰੁਖਸਦ ਕੀ ਨਸ ਤੋਹੀ। ਹਾਂਜੀ। ਜਾਂ ਤੇ ਨਹੀਂ ਦੋਸ਼ ਕੋ ਹੋਹੀ। ਪਰ ਅਸੀਂ ਤੈਨੂੰ ਆਪ ਵਿਦਾ ਕਰ ਰਹੇ ਹਾਂ, ਖੁਸ਼ੀ ਨਾਲ ਕਰ ਰਹੇ ਹਾਂ, ਸਰੋਪਾ ਦੇ ਕੇ ਕਰ ਰਹੇ ਹਾਂ। ਜਾ ਆਪਣੀ ਫੌਜ ਲੈ ਕੇ ਚਲੇ ਜਾ, ਸਾਡੀ ਖੁਸ਼ੀ ਆ ਤੇਰੇ ਉੱਤੇ। ਹਮਨੇ ਰੁਖਸਦ ਕੀ ਨਸ ਤੋਹੀ,
ਜਾਂ ਤੇ ਨਹੀਂ ਦੋਸ਼ ਕੋ ਹੋਹੀ, ਤੈਨੂੰ ਪਾਪ ਨਹੀਂ ਲੱਗੇਗਾ ਨਮਕ ਹਰਾਮੀ ਦਾ। ਸੰਗਤ ਜੀ, ਮਹਾਰਾਜ ਕਿਉਂ ਉਹਨੂੰ ਵਿਦਾ ਕਰ ਰਹੇ ਭਲਾ? ਕਿਉਂਕਿ ਮਹਾਰਾਜ ਨੂੰ ਪਤਾ ਇਹ ਕਹਿੰਦਾ ਸਭ ਤੋਂ ਅੱਗੇ ਹੋ ਕੇ ਲੜਨਾ, ਇਹਦੇ ਪ੍ਰਾਣ ਦਾ ਨਾਸ ਹੋ ਜਾਣ, ਇਹਦਾ ਭਲਾ ਹੋ ਜੇ। ਵੇਖੋ ਨਾ ਜੀ, ਇਹਨੇ ਸ਼ਹੀਦ ਹੋ ਜਾਣਾ ਸੀ, ਤੇ ਜਿਹੜਾ 400 ਪਠਾਨ ਗਿਆ, ਉਹਨਾਂ ਕਹਿਣਾ ਸੀ ਵੇਖ ਲਓ ਅਸੀਂ ਚੰਗੇ ਰਹਿ ਗਏ ਨਾ, ਵਾਪਸ ਆ ਗਏ ਹਾਂ। ਉਹਨਾਂ ਇੰਜ ਕਹਿਣਾ ਸੀ, ਉਹਨਾਂ ਲਾਮੇ ਦੇਣੇ ਸੀ। ਮਹਾਰਾਜ ਨੇ ਆਪ ਵਿਦਾ ਕੀਤਾ। ਹਾਂਜੀ। ਕਰ ਬੰਦੇ ਕਾਲੇ ਖਾਂ ਕਹੇ, ਕਾਲੇ ਖਾਂ ਨੇ ਫਿਰ ਹੱਥ ਜੋੜੇ, ਆਇਸ ਤੁਮ ਅਮੋਰ ਨਿਤ ਅਹੇ। ਗਰੀਬ ਨਵਾਜ, ਮੇਰੇ ਵਾਸਤੇ ਤੁਹਾਡੀ ਆਗਿਆ ਨੂੰ ਮੋੜਨਾ ਬਹੁਤ ਔਖਾ ਹੈ। ਮੈਂ ਆਪ ਜੀ ਦਾ ਹੁਕਮ ਨਹੀਂ ਮੋੜ ਸਕਦਾ। ਤਉ ਨਾ ਤਿਨਕੇ ਮਿਲੇ ਹੋ ਸੰਗ, ਪਰ ਮਹਾਰਾਜ ਮੈਂ ਇੱਕ ਬੇਨਤੀ ਕਰਾਂਗਾ, ਚਲੇ ਜਾਣਾ ਮਹਾਰਾਜ, ਮੈਂ ਚਲੇ ਜਾਣਾ, ਪਰ ਸੱਚੇ ਪਾਤਸ਼ਾਹ ਮੈਂ ਉਹਨਾਂ ਦੇ ਨਾਲ ਨਹੀਂ ਮਿਲਣਾ। ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਉਹਨਾਂ ਸਾਥੀਆਂ ਵਿੱਚ ਨਹੀਂ ਰਲਣਾ ਜਾ ਕੇ। ਹਾਂਜੀ। ਕਹਾਂ ਕਰੋ ਮੈਂ ਤੁਮ ਸੋ ਜੰਗ, ਹਾਂਜੀ। ਇਮ ਕੈ ਬੰਧਨ ਕਰਤੇ ਕਾਲਾ। ਆਪ ਜੀ ਕਹਿੰਦੇ ਰਲ, ਸਿੱਖ ਕਹਿੰਦਾ ਸੀ ਰਲਣ ਲਈ, ਉਹਨਾਂ ਤੇ ਤੁਹਾਡੇ ਉੱਤੇ ਆ ਕੇ ਸ਼ਸਤਰ ਚਲਾਉਣੇ ਆ, ਮੈਂ ਕਿਉਂ ਮਹਾਰਾਜ ਪਾਪਾਂ ਦਾ ਭਾਗੀ ਬਣਨਾ। ਮਹਾਰਾਜ ਕਹਿਣ ਲੱਗੇ ਠੀਕ ਹੈ, ਤੂੰ ਉਹਨਾਂ ਨਾਲ ਨਾ ਰਲੀ, ਪਰ ਸਾਡੀ ਪੂਰੀ ਖੁਸ਼ੀ ਹੈ ਤੇਰੇ ਉੱਤੇ ਭਾਈ, ਹੁਣ ਤੂੰ ਜਾ, ਅਸੀਂ ਤੇਰੇ ਅੰਗ ਸੰਗ ਹਾਂ। ਬਚਨ ਕੀਤੇ, ਬਖਸ਼ਿਸ਼ਾਂ ਦਿੱਤੀਆਂ, ਤੇ ਇਸ ਤਰ੍ਹਾਂ ਕਹਿ ਸੁਣ ਕੇ ਕਾਲੇ ਖਾਨ ਨੇ ਨਮਸਕਾਰ ਕੀਤੀ। ਕਾਲੇ ਖਾਨ ਵਹਿਰ ਕੋ ਚਾਲਾ, ਤੇ ਕਾਲੇ ਖਾਂ ਆਪ ਸਾਧ ਸੰਗਤ ਜੀ ਬਾਹਰ ਨੂੰ ਤੁਰ ਪਿਆ। ਨਹਿਨ ਗਿਰੰਦਨ ਸਮੁਖ ਸਿਦਾਰਾ, ਉਹ ਪਹਾੜੀ ਰਾਜਿਆਂ ਕੋਲ ਨਹੀਂ ਗਿਆ ਕਾਲੇ ਖਾਂ। ਹਾਂਜੀ। ਅਪਰ ਥਾਨ ਡੇਰਾ ਕਿਤ ਡਾਰਾ, ਕਿਤੇ ਹੋਰ ਥਾਂ ਚਲੇ ਗਿਆ, ਉੱਥੇ ਡੇਰਾ ਪਾ ਲਿਆ, ਪਰ ਆਪਣੇ ਸਾਥੀਆਂ 'ਚ ਜਾ ਕੇ ਨਹੀਂ ਰਲਿਆ। ਵੇਖ ਲਓ, ਸਾਥੀਆਂ 'ਚ ਵੀ ਨਹੀਂ ਰਲਿਆ, ਗੁਰੂ ਦੀਆਂ ਖੁਸ਼ੀਆਂ ਵੀ ਮਿਲ ਗਈਆਂ, ਤੇ ਜੰਗ ਵੀ ਨਹੀਂ ਕਰਨਾ ਪਿਆ ਜੀ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਮਹਾਰਾਜ ਅੰਦਰ ਦੀ ਭਾਵਨਾ ਵੇਖਦੇ ਆ। ਮਹਾਰਾਜ ਜੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਬਚਨ ਲਿਖਦੇ, ਭਾਵਨਾ ਬਹੀਨ ਕੈਸੇ ਪਾਵੈ ਜਗਦੀਸ਼ ਕੋ। ਜਿਸ ਬੰਦੇ ਦੇ ਅੰਦਰ ਭਾਵਨਾ ਨਹੀਂ ਨਾ ਹੈਗੀ ਜੀ, ਰੱਬ ਨੂੰ ਕਿਵੇਂ ਮਿਲੇਗਾ ਜੀ। ਔਰ ਇਹਨਾਂ ਦੀ ਤੇ ਪਠਾਣਾਂ ਦੀ ਭਾਵਨਾ ਹੀ ਬੜੀ ਮਲੀਨ ਹੋ ਗਈ ਸੀਗੀ ਜੀ, ਪਰ ਉਹਨਾਂ ਦੀ ਜੜ ਹਰੀ ਰਹਿ ਗਈ ਕਾਲੇ ਖਾਂ ਹੋਣਾ ਦੀ। ਉਹਨਾਂ ਨੇ ਨਮਕ ਹਰਾਮੀ ਨਹੀਂ ਕੀਤੀ ਜੀ। ਤੇ ਚੇਤਾ ਰੱਖਿਓ, ਇਸ ਸੰਸਾਰ ਵਿੱਚ ਜਿੰਨੇ ਵੀ ਆਪਾਂ ਹੈ, ਤੁਸੀਂ ਸਾਨੂੰ ਕਹੋ ਵੀ ਤਨਖਾਹ ਤੇ ਭਾਈ ਜੀ ਤੁਸੀਂ ਲੈਂਦੇ ਜੇ, ਗੁਰੂ ਦਾ ਲੂਣ ਤੇ ਤੁਸੀਂ ਵੀ ਖਾਂਦੇ ਜੇ। ਨਹੀਂ ਗੁਰਮੁਖੋ, ਇਕੱਲੇ ਅਸੀਂ ਨਹੀਂ, ਸਾਡੇ ਘਰਾਂ ਸਾਰਿਆਂ ਦੇ ਵਿੱਚ ਜਿੰਨਿਆਂ ਦੇ ਲੂਣ, ਆਟਾ, ਸਬਜ਼ੀਆਂ, ਭਾਜੀਆਂ ਨੇ, ਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਨੇ। ਆਪਾਂ ਸਾਰੇ ਗੁਰੂ ਕਾ ਹੀ ਲੂਣ ਖਾਂਦੇ ਹਾਂ। ਮਹਾਰਾਜ ਦਾ ਦਿੱਤਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਅਸੀਂ ਸਭ ਗੁਰੂ ਦਾ ਦਿੱਤਾ ਛਕ ਰਹੇ ਹਾਂ। ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਗੁਰੂ ਜੀ ਦਾ ਦਿੱਤਾ ਛਕ ਰਹੇ ਹਾਂ, ਪਰਮੇਸ਼ਰ ਦਾ ਦਿੱਤਾ ਛਕ ਰਹੇ ਹਾਂ, ਤੇ ਸਾਡਾ ਫਰਜ਼ ਕੀ ਹੈ? ਸਾਡਾ ਫਰਜ਼ ਇਹ ਹੈ ਵੀ ਉਸ ਠਾਕੁਰ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਰੱਖਣਾ। ਇਹ ਸਾਡਾ ਫਰਜ਼ ਹੈ। ਕਹਿੰਦੇ ਜਿਹਦਾ ਖਾਈਏ ਉਹਦਾ ਗਾਈਏ, ਆਪਣੀ ਕਹਾਵਤ ਹੈ। ਜਿਹਦਾ ਖਾਈਏ ਉਹਦਾ ਗਾਏ। ਜਿਸ ਕਾ ਦਿੱਤਾ ਖਾਵਣਾ, ਤਿਸ ਕਹੀਐ ਸਾਬਾਸ। ਨਾਨਕ ਹੁਕਮ ਨਾ ਚੱਲਣੀ, ਨਾਲ ਖਸਮ ਬਣੈ ਅਰਦਾਸ। ਆਖੋ ਸ੍ਰੀ। ਅਰਦਾਸ ਕਰਨੀ ਚਾਹੀਦੀ ਹੈ ਸਿਫਤਾਂ ਵਾਲੀ।
ਹਰ ਆਪਾਂ ਗੁਰੂ ਜੀ ਦਾ ਹੀ ਦਿੱਤਾ ਛਕਦੇ ਹਾਂ ਜੀ। ਤੇਰਾ ਦਿੱਤਾ ਖਾਵਣਾ, 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 ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਖਾਵਣਾ, ਜੇ ਜੰਤ ਸਰਬਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਜਨ ਨਾਨਕ ਸਦ ਬਲਿਹਾਰ, ਬਲ ਬਲ ਜਾਵਣਾ। ਕਰਨਾ ਕੀ ਚਾਹੀਦਾ ਜੀ? ਜਿਹਦਾ ਦਿੱਤਾ ਖਾ ਰਹੇ ਹਾਂ ਉਹਦੇ ਤੋਂ ਬਲਿਹਾਰ ਜਾਣਾ ਚਾਹੀਦਾ ਜੀ। ਮਹਾਰਾਜ ਜੀ ਦਾ ਦਿੱਤਾ ਖਾ ਰਹੇ ਹਾਂ ਆਪਾਂ ਸਾਰੇ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਕਾਲੇ ਖਾਂ ਮੰਗੂ ਇਹ ਸੁਰਤ ਰਵੇ, ਕਾਲੇ ਖਾਂ ਤੋਂ ਸਿੱਖਿਆ ਲੈਣੀ, ਰੋਲ ਮਾਡਲ ਹੈ ਸਾਡੇ ਵਾਸਤੇ। ਗੁਰੂ ਜੀ ਧਾਨ ਪ੍ਰਭ ਕਾ ਖਾਨਾ, ਬਾਣੀ ਚਾਹੁੰਦਾ। ਸਤਿਗੁਰੂ ਜੀ ਦਾ ਦਿੱਤਾ ਖਾ ਰਹੇ ਆ ਤੇ ਹਰਾਮ ਨਹੀਂ ਕਰਨਾ। ਵੇਖਿਓ ਕਿਵੇਂ ਖੁਸ਼ੀਆਂ ਮਿਲਦੀਆਂ। ਕਾਲੇ ਖਾਂ ਦਾ ਲੋਕ ਪ੍ਰਲੋਕ ਸਬਰ ਗਿਆ ਗੁਰਮੁਖੋ, ਲੋਕ ਪ੍ਰਲੋਕ ਨਿਹਾਲ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਆਪ ਕਹਿੰਦੇ, ਕਾਲੇ ਖਾਂ ਅਸੀਂ ਤੇਰੇ ਤੇ ਬੜੇ ਹੀ ਖੁਸ਼ ਹਾਂ। ਕਹਿਣ ਲੱਗੇ, ਅਸੀਂ ਤੇਰੇ ਤੇ ਬੜੇ ਹੀ ਖੁਸ਼ ਹਾਂ। ਕਿਉਂ? ਉਹਨੇ ਖਾਧਾ ਤੇ ਗਾਇਆ ਵੀ ਜੀ। ਮਹਾਰਾਜ ਜੀ ਮਿਹਰ ਕਰਨ। ਪਰਮੇਸ਼ਰ ਦਾ ਹੀ ਦਿੱਤਾ ਸਾਰੇ ਖਾਂਦੇ ਆ, ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਚਾਹੀਦਾ। ਹੇ ਵਾਹਿਗੁਰੂ, ਤੇਰਾ ਹੀ ਦਿੱਤਾ ਖਾ ਰਹੇ ਹਾਂ, ਤਵੈ ਪ੍ਰਸਾਦ, ਤੇਰੀ ਕਿਰਪਾ ਹੈ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਅਗਲੇਰਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਦੋ ਚਾਰ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਖਿਮਾ ਮੰਗੀਏ। ਸਾਵਧਾਨ ਹੋਵੋ, ਪ੍ਰੇਮ ਨਾਲ ਸਾਰੇ ਕਹੋ ਜੀ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਮਹਾਰਾਜ ਜੀ ਮਿਹਰ ਕਰਨ। ਇਹ ਸ਼ੁਕਰਾਨਾ ਵਾਹਿਗੁਰੂ ਦਾ। ਜੇ ਛਕ ਰਹੇ ਹਾਂ, ਪਾ ਰਹੇ ਹਾਂ, ਹੰਢਾ ਰਹੇ ਹਾਂ, ਇਹ ਸਭ ਉਸ ਦੀ ਮਿਹਰ ਹੈ। ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ